ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 35 ਬੀ ਯੂਰ ਓਨ ਡਾਕਟਰ ਐਪੀਸੋਡ ਨੰਬਰ 35। ਪਿਛਲੀ ਵਾਰ ਅਸੀਂ ਕੁਆਂਟਮ ਹੀਲਿੰਗ ਦੇ ਹੀ ਪਾਰਟ ਨੂੰ ਅੱਗੇ ਵਧਾਉਂਦਿਆਂ ਹੋਇਆ ਡਾਕਟਰ ਅਮਰ ਸਿੰਘ ਆਜ਼ਾਦ ਦੇ ਨਾਲ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਿਆ ਸੀ ਜਿਹਦੇ ਨਾਲ ਤੁਸੀਂ ਵਾਹਿਗੁਰੂ ਨਾਮ ਜਾਪ ਮੰਤਰ ਜਾਪ ਦੇ ਨਾਲ ਨਾਲ ਆਪਾਂ ਸਟ੍ਰੈਚਿੰਗ ਐਕਸਰਸਾਈਜ਼ ਕਿਸ ਤਰ੍ਹਾਂ ਕਰਦੇ ਹਾਂ ਉਹ ਅਸੀਂ ਤੁਹਾਨੂੰ ਦਿਖਾਇਆ ਸੀ ਵੀ ਕਿਸ ਤਰ੍ਹਾਂ ਜਿਹੜਾ ਉਹਦੇ ਨਾਲ ਅਸੀਂ ਬੋਡੀ ਦੇ ਪਾਰਟਸ ਨੂੰ ਹੀਲਿੰਗ ਕਰ ਸਕਦੇ ਹਾਂ ਐਜ਼ ਏ ਹੋਲ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਕੁਆਂਟਮ ਹੀਲਿੰਗ ਦੇ ਇੱਕ ਪਾਰਟ ਨੂੰ ਹੋਰ ਇੰਟਰੋਡਿਊਸ ਕਰਦੇ ਹੋਏ ਉਹਦੇ ਵਿੱਚ ਆਵਾਂਗੇ ਵਾਈਬ੍ਰੇਸ਼ਨ ਐਜ਼ ਅ ਮੈਡੀਸਨ ਤੇ ਨਾਲ ਨਾਲ ਜਿਹੜਾ ਉਹ ਮੈਂਟਲ ਸਿਕਨੈਸ ਦੇ ਵਿੱਚ ਇਹਦਾ ਕਿੰਨਾ ਕੁ ਰੋਲ ਹੋਏਗਾ। ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ ਕਿ ਵਾਈਬ੍ਰੇਸ਼ਨ ਐਜ਼ ਅ ਮੈਡੀਸਨ ਅਸਲ 'ਚ ਹੈ ਕੀ ਹੈ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਡਾਕਟਰ ਸਾਹਿਬ ਵਾਈਬ੍ਰੇਸ਼ਨ ਐਜ਼ ਅ ਮੈਡੀਸਨ ਔਰ ਕੁਆਂਟਮ ਹੀਲਿੰਗ ਦੇ ਵਿੱਚ ਆਪਾਂ ਇਹ ਵੀ ਕਰਦੇ ਹਾਂ ਕਿ ਜਿਹੜਾ ਮੈਂਟਲ ਸਿਕਨੈਸ ਦੇ ਵਿੱਚ ਜਿਹੜਾ ਉਹ ਵਾਈਬ੍ਰੇਸ਼ਨ ਨੂੰ ਆਪਾਂ ਕਿਸ ਤਰ੍ਹਾਂ ਲੈ ਕੇ ਇਹਦੇ ਵਿੱਚ ਆਪਾਂ ਇਲਾਜ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਜਿਹੜੀ ਮੈਂਟਲ ਸਿਕਨੈਸ ਦੇ ਜਿਹੜੇ ਰੋਗ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਵੀ ਇਹਦੀ ਪਰਸੈਂਟੇਜ ਵੀ ਜਿਹੜੀ ਉਹ ਕਾਫੀ ਵੱਧ ਰਹੀ ਹੈ ਅਰਾਊਂਡ ਦਾ ਗਲੋਬ, ਅਤੇ ਉਹਦੇ 'ਚੋਂ ਆਪਣਾ ਪੰਜਾਬ ਵੀ ਜਿਹੜਾ ਕਾਫੀ ਪੀੜਿਤ ਹੈਗਾ। ਹਾਂਜੀ, ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਆਪਾਂ ਮਾਨਸਿਕ ਬਿਮਾਰੀਆਂ ਕਹਿ ਲਓ ਜਾਂ ਮਾਨਸਿਕ ਸਿਹਤ ਦਾ ਖਰਾਬ ਹੋਣਾ ਕਹਿ ਲਓ, ਕਿਉਂਕਿ ਜੇ ਆਪਾਂ ਸਿਹਤ ਸੈਂਟਰਿਕ ਗੱਲ ਕਰੀਏ ਤਾਂ ਮੋਟਾ ਜਿਹਾ ਕਹੀਏ ਤਾਂ ਜਿਹੜੀ ਮਾਨਸਿਕ ਸਿਹਤ ਹੈ ਉਹ ਮਾਨਸਿਕ ਸਿਹਤ ਹੁੰਦੀ ਕੀ, ਪਹਿਲਾਂ ਤਾਂ ਸਾਨੂੰ ਇਹ ਡਿਫਾਈਨ ਕਰਨਾ ਪਏਗਾ ਕਿ ਮਾਨਸਿਕ ਸਿਹਤ ਤਾਂ ਹੀ ਆਪਾਂ ਨੂੰ ਪਤਾ ਲੱਗੇਗਾ ਨਾ ਕਿ ਮਾਨਸਿਕ ਬੰਦਾ ਜਿਹੜਾ ਸਾਡੇ ਨਾਲ ਜਿਹਦੇ ਨਾਲ ਅਸੀਂ ਵਾਹ ਪੈ ਰਿਹਾ, ਸਾਡਾ ਜਿਹੜਾ ਸਾਡੇ ਸਾਹਮਣੇ ਬੈਠਿਆ ਉਹ ਮੈਂਟਲੀ ਹੈਲਦੀ ਹੈ ਜਾਂ ਨਹੀਂ ਹੈ। ਫਿਜ਼ੀਕਲੀ ਹੈਲਦੀ ਅਤੇ ਮੈਂਟਲੀ ਹੈਲਦੀ ਦੋ ਪਾਰਟ ਹੋ ਗਏ ਨਾ। ਆਪਾਂ ਪਹਿਲਾਂ ਵੀ ਕਈ ਵਾਰ ਵੀ ਗੱਲ ਕਰ ਚੁੱਕੇ ਹਾਂ ਕਿ ਸਰੀਰ ਅਤੇ ਮਨ ਇੱਕੋ ਹੀ ਸਿੱਕੇ ਦੇ ਦੋ ਪਾਸੇ ਹੈ। ਅਗਰ ਸਰੀਰ ਬਿਮਾਰ ਹੁੰਦਾ ਤਾਂ ਮਨ ਵੀ ਬਿਮਾਰ ਹੋ ਜਾਂਦਾ, ਅਗਰ ਮਨ ਬਿਮਾਰ ਹੋ ਜਾਵੇ ਤਾਂ ਸਰੀਰ ਵੀ ਨਾਲ ਹੀ ਬਿਮਾਰ ਹੋ ਜਾਂਦਾ। ਇਸ ਕਰਕੇ ਇਹ ਜਿਹੜਾ ਵਰਤਾਰਾ ਹੈ ਮਨ ਤੇ ਸਰੀਰ ਦਾ ਇਕੱਠਾ ਵੀ ਚੱਲਦਾ। ਅਸੀਂ ਸਰੀਰਕ ਬਿਮਾਰੀਆਂ ਦੀ ਬਹੁਤ ਵੱਡੀ ਗੱਲ ਕਰਦੇ ਹਾਂ, ਲੇਕਿਨ ਮਾਨਸਿਕ ਬਿਮਾਰੀਆਂ ਦੀ ਗੱਲ ਅਕਸਰ ਘੱਟ ਕੀਤੀ ਜਾਂਦੀ ਹੈ ਕਿਉਂਕਿ ਮਾਨਸਿਕ ਬਿਮਾਰੀ ਨੂੰ ਪਕੜਨਾ ਥੋੜ੍ਹਾ ਜਿਹਾ ਸੂਖਸ਼ਮ ਹੁੰਦਾ ਹੈ। ਉਹ ਸੂਖਸ਼ਮ ਇਸ ਕਰਕੇ ਹੁੰਦਾ ਹੈ ਕਿ ਮਾਨਸਿਕ ਬਿਮਾਰੀਆਂ ਦੀਆਂ ਜਿਹੜੀਆਂ ਅਲਾਮਤਾਂ ਹੁੰਦੀਆਂ ਨੇ ਬੜੀਆਂ ਸੂਖਸ਼ਮ ਜਿਹੀਆਂ ਹੁੰਦੀਆਂ ਨੇ ਅਤੇ ਬਹੁਤ ਪਰਸਨ ਟੂ ਪਰਸਨ ਵੇਰੀ ਕਰਦੀਆਂ ਨੇ। ਇਹ ਕਿੱਦਾਂ ਦਾ ਹਰ ਕਿਸੇ ਬੰਦੇ 'ਚ ਕਿੱਦਾਂ ਹੁੰਦੀ, ਕਿਸੇ 'ਚ ਕਿੱਦਾਂ ਹੁੰਦੀ ਹੈ। ਮਾਹੌਲ 'ਤੇ ਬਹੁਤ ਡਿਪੈਂਡ ਕਰਦਾ, ਸਮਾਜ 'ਤੇ ਬਹੁਤ ਡਿਪੈਂਡ ਕਰਦਾ, ਬਹੁਤ ਸਾਰੀਆਂ ਗੱਲਾਂ 'ਤੇ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਉਹ ਵੱਖਰਾ ਕਿਸਮ ਦਾ ਹੁੰਦਾ। ਤਾਂ ਸਰੀਰਕ ਜਿਹੜਾ ਰੋਗ ਨੇ ਉਹਦੀ ਅਕਸਰ ਆਪਾਂ ਗੱਲ ਕਰਦੇ ਹਾਂ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਮੋਟਾਪਾ ਹੈ, ਆਟੋਇਮਿਊਨ ਡਿਸਆਰਡਰ ਨੇ, ਐਲਰਜੀਆਂ ਨੇ, ਹੱਡੀਆਂ ਵੀ ਜੋੜਾਂ ਦੇ, ਸਾਰੀਆਂ ਗੱਲਾਂ ਆਪਾਂ ਬਹੁਤ ਵਾਰੀ ਕਰਦੇ ਰਹਿੰਦੇ ਹਾਂ। ਅੱਜ ਆਪਾਂ ਗੱਲ ਜਿਹੜੀ ਕਰ ਰਹੇ ਹਾਂ ਉਹ ਹੈਗੀ ਮਾਨਸਿਕ ਬਿਮਾਰੀਆਂ ਦੀ। ਮਾਨਸਿਕ ਬਿਮਾਰੀਆਂ ਜਿਹੜੀਆਂ ਨੇ ਉਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਮਾਨਸਿਕ ਹੈਲਥ ਸੋਚੀਏ ਵੀ ਮਾਨਸਿਕ ਹੈਲਥ ਕਿੱਦਾਂ ਦੀ ਹੁੰਦੀ ਹੈ। ਹੁਣ ਜਦੋਂ ਕਿਸੇ ਆਮ ਬੰਦੇ ਨੂੰ ਪੁੱਛ ਲਓ ਕਿ ਮੈਂਟਲੀ ਹੈਲਦੀ ਬੰਦਾ ਕਿੱਦਾਂ ਦਾ ਚਾਹੀਦਾ, ਤੁਸੀਂ ਵੀ ਇੱਕ ਵਾਰੀ ਸੱਚੋ ਪੰਜ ਪੈ ਜਾਓਗੇ ਵੀ ਯਾਰ ਕਿਵੇਂ ਜੱਜ ਕਰੀਏ। ਡਿਫਾਈਨ ਕਰਨਾ ਬੜਾ ਔਖਾ ਹੈ ਵੀ ਇੱਕ ਸੂਖਸ਼ਮ ਜਿਹੀ ਗੱਲ ਹੈ ਤਾਂ ਬੰਦੇ ਨੂੰ ਕਹਿਣਾ ਵੀ ਮੈਂਟਲੀ ਹੈਲਦੀ ਹੈਗਾ ਕਿ ਨਹੀਂ ਹੈਗਾ। ਲੇਕਿਨ ਕੁਛ ਚੀਜ਼ਾਂ ਆਪਾਂ ਬੜੇ ਆਰਾਮ ਨਾਲ ਕਰ ਸਕਦੇ ਹਾਂ। ਜਿਵੇਂ ਉਹ ਬੰਦਾ ਚੜ੍ਹਦੀ ਕਲਾ 'ਚ ਰਹਿੰਦਾ ਕਿ ਨਹੀਂ ਰਹਿੰਦਾ, ਜਿਹਨੂੰ ਆਪਾਂ ਆਮ ਸ਼ਬਦਾਵਲੀ ਕਹਿੰਦੇ ਚੜ੍ਹਦੀ ਕਲਾ। ਖੁਸ਼ ਵੀ ਜ਼ਰੂਰੀ ਨਹੀਂ, ਜਿੱਥੇ ਕਿਤੇ ਜਿੱਦਾਂ ਦਾ ਮਾਹੌਲ ਦੇ ਹਿਸਾਬ ਨਾਲ ਉਹਨੂੰ ਡੀਲ ਕਰਦਾ। ਦੁਖੀ ਜਿਹਾ ਹੋ ਕੇ ਬਹਿ ਨਹੀਂ ਜਾਂਦਾ, ਹਥਿਆਰ ਜਿਹੜੀ ਛੱਡ ਦਿੰਦਾ, ਢਿੱਗੀ ਜੀ ਨਹੀਂ ਢਾਹ ਕੇ ਬਹਿ ਜਾਂਦਾ, ਢਿੱਗੀ ਢਾਹ ਕੇ ਨਹੀਂ ਬਹਿ ਜਾਂਦਾ, ਚੜ੍ਹਦੀ ਕਲਾ 'ਚ ਰਹਿੰਦਾ। ਖੁਸ਼ੀ ਥੋੜ੍ਹੀ ਜਿਹੀ ਡਿਫਰੈਂਟ ਨੋਸ਼ਨ ਹੈ। ਖੁਸ਼ੀ ਦੇ ਮਾਹੌਲ 'ਚ ਖੁਸ਼ ਵੀ ਹੋਣਾ ਜ਼ਰੂਰੀ ਹੁੰਦਾ, ਲੇਕਿਨ ਕਈ ਵਾਰੀ ਖੁਸ਼ੀ ਦਾ ਮਾਹੌਲ ਅਗਰ ਨਹੀਂ ਹੈਗਾ ਤਾਂ ਵੀ ਉਹ ਜੇ ਮੰਨ ਲਓ ਘਰ 'ਚ ਕੋਈ ਸੋਗ ਵੀ ਪੈ ਗਿਆ, ਮੌਤ ਵੀ ਹੋ ਗਈ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਢਿੱਗੀ ਜੀ ਢਾਹ ਕੇ ਬਹਿ ਜਾਏਗਾ ਵੀ ਹਾਏ ਹੁਣ ਸਾਰਾ ਕੁਝ ਜੁੜ ਗਿਆ। ਉਹਨੂੰ ਉੱਦਾਂ ਅਕੋਰਡਿੰਗਲੀ ਉਹ ਫਿਰ ਵੀ ਚੜ੍ਹਦੀ ਕਲਾ 'ਚ ਰਹੇਗਾ। ਸਾਡਾ ਸੱਭਿਆਚਾਰ ਤਾਂ ਚੜ੍ਹਦੀ ਕਲਾ ਦੀ ਬਹੁਤ ਇਤਿਹਾਸ 'ਚ ਬੜੀਆਂ ਵੰਡਰਫੁਲ ਉਦਾਹਰਨਾਂ ਪਈਆਂ ਨੇ ਕਿ ਕਿਵੇਂ ਜੰਗ ਦੇ ਮੈਦਾਨ 'ਚ ਵੀ
ਚੜ੍ਹਦੀ ਕਲਾ ਤੇ ਮੌਤ ਨਾਲ ਖੇਡਦੇ ਹੋਏ ਵੀ ਚੜ੍ਹਦੀ ਕਲਾ। ਤੇ ਉਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਚੜ੍ਹਦੀ ਕਲਾ ਵਾਲਾ ਜਿਹੜਾ ਵਿਰਸਾ ਸਾਡਾ, ਤੇ ਚੜ੍ਹਦੀ ਕਲਾ ਇੱਕ ਅਲਾਮਤ ਹੈ ਚੰਗੀ ਮਾਨਸਿਕ ਸਿਹਤ ਦੀ। ਇਹਦਾ ਮਤਲਬ ਉਸ ਵਿਅਕਤੀ ਨੂੰ ਪਤਾ ਹੈ ਕਿ ਉਹਨੇ ਉਸ ਹਾਲਾਤ 'ਚ ਕਿਵੇਂ ਡੀਲ ਕਰਨਾ, ਕਿਵੇਂ ਉਹਨਾਂ ਨਾਲ ਨਜਿੱਠਣਾ, ਤੇ ਆਪਣੇ ਸਰੀਰ ਤੇ ਮਨ ਨੂੰ ਪੂਰਾ ਕਾਇਮ ਰੱਖ ਕੇ ਨਜਿੱਠਣਾ। ਕਿਉਂਕਿ ਜੇ ਚੜ੍ਹਦੀ ਕਲਾ 'ਚ ਨਹੀਂ ਰਹੇਗਾ ਤਾਂ ਉਹ ਜਿਹੜੀ ਪ੍ਰੈਜ਼ੈਂਟ ਉਹਦੀ ਲੋੜ ਹੈ, ਉਹਦੀ ਸਮਾਜਿਕ ਲੋੜ ਹੈ, ਉਹਦੇ ਹਾਲਾਤ ਦੀ ਲੋੜ ਹੈ, ਉਹਨੂੰ ਡੀਲ ਨਹੀਂ ਕਰ ਸਕੇਗਾ। ਸਪੋਜ਼ ਉਹਦੇ ਘਰ 'ਚ ਕੋਈ ਮੁਸੀਬਤ ਆ ਗਈ, ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਖੁਸ਼ ਹੋਵੇ, ਉਹ ਖੁਸ਼ ਤਾਂ ਨਹੀਂ ਹੋਏਗਾ, ਲੇਕਿਨ ਉਸ ਮੁਸੀਬਤ ਨੂੰ ਵੀ ਉਹ ਚੜ੍ਹਦੀ ਕਲਾ 'ਚ ਰਹਿ ਕੇ ਡੀਲ ਕਰੇਗਾ, ਢਹਿੰਦੀ ਕਲਾ 'ਚ ਨਹੀਂ ਜਾਏਗਾ, ਉਹ ਡੀਲ ਕਰ ਲਏਗਾ ਅਕੋਰਡਿੰਗਲੀ। ਤੇ ਇੱਕ ਤਾਂ ਚੜ੍ਹਦੀ ਕਲਾ ਜਿਹੜੀ ਹੈ ਇਹ ਚੰਗੀ ਮਾਨਸਿਕ ਸਿਹਤ ਦੀ ਨਿਸ਼ਾਨੀ ਹੈ ਕਿ ਬੰਦਾ ਹਰ ਹਾਲ, ਉਹ ਜੇ ਸੁਖੀ ਹੈ ਤਾਂ ਵੀ ਚੜ੍ਹਦੀ ਕਲਾ 'ਚ ਹੈ, ਤੇ ਜੇ ਉਹਦੇ ਦੁੱਖ ਦਾ ਕੋਈ ਹਾਲਾਤ ਪੈਦਾ ਹੋ ਗਏ ਤਾਂ ਵੀ ਆਪਣੀ ਚੜ੍ਹਦੀ ਕਲਾ ਦੇ ਜਿਹੜਾ ਵਰਤਾਰਾ ਉਹਨੂੰ ਛੱਡੇਗਾ ਨਹੀਂ, ਫਿਰ ਵੀ ਚੜ੍ਹਦੀ ਕਲਾ 'ਚ ਰਹਿ ਕੇ ਉਹਨੂੰ ਡੀਲ ਕਰੇਗਾ ਅਕੋਰਡਿੰਗਲੀ। ਤਾਂ ਇਹ ਹੋ ਗਈ ਚੜ੍ਹਦੀ ਕਲਾ। ਫਿਰ ਖੁਸ਼ੀ ਦੀ ਗੱਲ ਹੋ ਗਈ ਵੀ ਖੁਸ਼ ਹੁੰਦਾ ਕਿ ਨਹੀਂ ਹੁੰਦਾ। ਫਿਰ ਆ ਗਈ ਕਿ ਜਦੋਂ ਉਹ ਡੀਲ ਕਰਦਾ ਦੂਜੇ ਬੰਦੇ ਨਾਲ ਤਾਂ ਉਹਨੂੰ ਕਿਸ ਤਰ੍ਹਾਂ ਡੀਲ ਕਰਦਾ, ਉਹ ਬਹੁਤ ਸਿੰਸੀਅਰ ਹੈ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ। ਇਹ ਵੀ ਚੰਗੀ ਸਿਹਤ ਦੀ ਨਿਸ਼ਾਨੀ ਹੈ ਕਿ ਬੰਦਾ ਇਹ ਨਹੀਂ ਵੀ ਬਾਹਰੋਂ ਕੁਛ ਹੋਰ ਹੈ ਤਾਂ ਅੰਦਰੋਂ ਕੁਛ ਹੋਰ ਹੈ। ਬਾਹਰੋਂ ਤਾਂ ਉਹ ਬਹੁਤ ਨਮਰ ਹੈ ਪਰ ਅੰਦਰੋਂ ਬਹੁਤ ਘਮੰਡੀ ਹੈ। ਇਹ ਕੋਈ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ। ਉਹ ਪਤਾ ਲੱਗ ਜਾਏਗਾ, ਉਹਦਾ ਜੱਜਮੈਂਟ ਹੋ ਜਾਏਗੀ ਉਹਦੀ ਵੀ ਇਹ ਬਾਹਰੋਂ ਕੁਛ ਹੋਰ ਹੈ, ਅੰਦਰੋਂ ਕੁਛ ਹੋਰ ਹੈ। ਕਹਿੰਦੇ ਆ ਮੂੰਹ ਮੇਂ ਰਾਮ ਰਾਮ ਬਗਲ ਮੇਂ ਚੂਰੀ। ਹਾਂ। ਦੂਸਰੀ ਗੱਲ ਹੋ ਗਈ ਕਿ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਉਸ ਵੇਲੇ ਮਦਦ ਕਰਦਾ ਕਿ ਨਹੀਂ ਕਰਦਾ ਉਹ। ਜੇ ਉਹ ਮਦਦਗਾਰ ਨਹੀਂ ਹੋ ਰਿਹਾ, ਕਿਸੇ ਉਹਦੇ ਸਾਹਮਣੇ ਕੋਈ ਬੰਦਾ ਭੁੱਖਾ ਪਿਆਸਾ ਬੈਠਾ ਹੈ, ਜੇ ਉਹਦੇ ਸਾਹਮਣੇ ਕੋਈ ਜ਼ੁਲਮ ਹੋ ਰਿਹਾ, ਉਹ ਜੇ ਉਹਦੇ ਅਕੋਰਡਿੰਗਲੀ ਉਹਨੂੰ ਰੋਕਣ ਲਈ ਕੁਛ ਨਹੀਂ ਕਰਦਾ ਤੇ ਇਹਦਾ ਮਤਲਬ ਉਹ ਬੰਦਾ ਕਿਤੇ ਨਾ ਕਿਤੇ ਮੈਂਟਲੀ ਸਿੱਕ ਹੈ। ਜੇ ਉਹਨੂੰ ਕੋਈ ਫਿਰ ਜੇ ਉਹਦੀ ਕੋਈ ਬੇਇੱਜ਼ਤੀ ਹੋ ਰਹੀ ਹੈ, ਉਹਦੀ ਕੋਈ ਤੋਹੀਨ ਕਰ ਰਿਹਾ ਤਾਂ ਉਹਨੂੰ ਉਹ ਕਿੱਦਾਂ ਕੀ ਉਹਨੂੰ ਬਰਦਾਸ਼ਤ ਕਰ ਰਿਹਾ, ਉਹ ਬਿਲਕੁਲ ਹੀ ਕਿ ਬਰਦਾਸ਼ਤ ਕਰਨਾ ਵੀ ਜਿਹੜਾ ਹੈ ਉਹ ਹਿਊਮਨ ਡਿਗਨਿਟੀ ਦੇ ਤੋਂ ਥੱਲੇ ਹੈ, ਫਿਰ ਵੀ ਉਹ ਮੈਂਟਲੀ ਹੈਲਦੀ ਨਹੀਂ ਹੈ। ਲੇਕਿਨ ਜੇ ਉਲਟ ਕਰ ਲਵੇ ਉਹ ਵੀ ਉਹਨੂੰ ਕਿਸੇ ਨੇ ਮਾੜੀ ਜਿਹੀ ਉੱਚਾ ਨੀਵਾਂ ਬੋਲਿਆ ਤੇ ਉਹਦੇ ਵਾਇਲੈਂਸ ਹਿੰਸਾ ਕਰ ਦੇਵੇ, ਉਹਨੂੰ ਬੰਦੇ ਨੂੰ ਮਾਰਨ ਦੌੜੇ, ਤਾਂ ਵੀ ਆਪਾਂ ਇਹ ਜਿਹੀਆਂ ਕਿੰਨੀਆਂ ਹੀ ਲਾਮਤਾਂ ਨੇ ਜਿਹੜੀਆਂ ਕਿ ਮਾਨਸਿਕ ਸਿਹਤ ਦਾ ਜਿਹੜਾ ਇੱਕ ਸੰਤੁਲਿਤ ਮਾਨਸਿਕ ਸਿਹਤ ਕੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਜ਼ਰੂਰੀ ਨੇ ਕਿ ਸਮੇਂ ਤੇ ਸਥਿਤੀ ਦੇ ਅਨੁਸਾਰ ਬੰਦਾ ਕੀ ਮੈਂਟਲੀ ਉਸ ਹਾਲਾਤ ਨੂੰ ਡੀਲ ਕਰ ਪਾ ਰਿਹਾ। ਜੇ ਨਹੀਂ ਡੀਲ ਕਰ ਪਾ ਰਿਹਾ ਤਾਂ ਇਹਦਾ ਮਤਲਬ ਉਹ ਬੰਦਾ ਮੈਂਟਲੀ ਸਿਹਤਮੰਦ ਨਹੀਂ ਹੈ। ਹੁਣ ਆਪਾਂ ਅੱਜ ਹੀ ਅੱਗੇ ਕਿ ਆਪਾਂ ਪਛਾਣਾਂਗੇ ਕਿਵੇਂ ਵੀ ਬੰਦਾ ਮੈਂਟਲੀ ਸਿਹਤਮੰਦ ਨਹੀਂ ਹੈ। ਮਾਨਸਿਕ ਸਿਹਤ ਠੀਕ ਨਾ ਹੋਣਾ ਦੀਆਂ ਅਲਾਮਤਾਂ ਜਿਹੜੀਆਂ ਨੇ ਉਹ 3-4 ਕਿਸਮ ਦੀਆਂ ਅਲਾਮਤਾਂ ਹੁੰਦੀਆਂ ਨੇ। ਉਹਨਾਂ ਨੂੰ ਅੱਗੇ ਬਿਮਾਰੀਆਂ ਦਾ ਨਾਮ ਦੇ ਦਿੱਤਾ ਡਾਕਟਰਾਂ ਨੇ। ਇੱਕ ਤਾਂ ਹੋ ਗਿਆ ਕਿ ਚਿੰਤਾ ਬਹੁਤ ਜ਼ਿਆਦਾ ਹੈ, ਚਿੰਤਾ ਐਂਗਜ਼ਾਇਟੀ। ਇਹਦਾ ਮਤਲਬ ਐਂਗਜ਼ਾਇਟੀ ਕਦੋਂ ਹੋਏਗੀ ਕਿ ਬੰਦੇ ਦੇ ਅੰਦਰੋਂ ਕਾਲਜੀ ਪੈ ਰਹੀ ਹੈ, ਹਾਰਟ ਬੀਟ ਤੇਜ਼ ਹੋ ਗਈ, ਬੰਦੇ ਦੇ ਹੱਥ ਕੰਬ ਰਹੇ ਹੈ, ਬੰਦਾ ਉਸ ਹਾਲਾਤ ਨੂੰ ਡੀਲ ਨਹੀਂ ਕਰ ਪਾ ਰਿਹਾ, ਹਫੜਾ ਦਫੜੀ ਜਿਹੀ ਮਚਾਤੀ ਉਹਨੇ, ਕਾਲੀ ਜੀ ਉੱਠ ਰਹੀ ਉਹਨੂੰ ਅੰਦਰੋਂ, ਨੀਂਦ ਨਹੀਂ ਆ ਰਹੀ, ਉਹ ਤੁਹਾਡੇ ਨਾਲ ਉਹਦਾ ਬਿਹੇਵੀਅਰ ਜਿਹੜਾ ਹੈ ਉਹ ਹਾਈਪਰ ਹੋ ਗਿਆ, ਓਵਰ ਹੋ ਗਿਆ, ਓਵਰ ਟਾਕੇਟਿਵ ਹੋ ਗਿਆ, ਉਹ ਆਪਣੀ ਗੱਲ ਕਹੀ ਜਾ ਰਿਹਾ ਲਗਾਤਾਰ। ਇੱਕ ਤਾਂ ਇੱਦਾਂ ਦੀ ਅਲਾਮਤਾਂ ਹੋ ਗਈਆਂ ਜਿਹਨੂੰ ਆਪਾਂ ਕਹਾਂਗੇ ਚਿੰਤਾ ਰੋਗ ਹੈ, ਕਿ ਉਹਦੇ ਅੰਦਰ ਕੋਈ ਐਂਗਜ਼ਾਇਟੀ ਉੱਠੀ ਤੇ ਉਸ ਐਂਗਜ਼ਾਇਟੀ ਨੂੰ ਉਹ ਮੈਨੇਜ ਨਹੀਂ ਕਰ ਪਾਇਆ ਆਪਣੇ ਅੰਦਰ, ਉਹ ਬਾਹਰੀ ਰੂਪ 'ਚ ਆ ਗਈ ਉਹ ਸਾਹਮਣੇ। ਹੁਣ ਇਹ ਐਂਗਜ਼ਾਇਟੀ ਜਿਹੜੀ ਹੁੰਦੀ ਹੈ ਕੋਈ ਐਬਨੋਰਮਲ ਨਹੀਂ ਹੈ, ਬਿਮਾਰੀ ਨਹੀਂ ਹੈ। ਐਂਗਜ਼ਾਇਟੀ ਹੋਣਾ ਅੱਛੀ ਗੱਲ ਹੈ। ਕੁਦਰਤ ਨੇ ਸਾਨੂੰ ਫਾਈਟ ਐਂਡ ਫਲਾਈਟ ਦਾ ਇੱਕ ਅੰਦਰ ਡਿਫੈਂਸ ਸਿਸਟਮ ਦਿੱਤਾ, ਸੁਰੱਖਿਆ ਪ੍ਰਣਾਲੀ ਹੈ ਸਾਡੀ ਜਿਹੜੀ ਫਾਈਟ ਐਂਡ ਫਲਾਈਟ ਕਰਦੀ ਹੈ।
ਜੇ ਤੁਹਾਡੇ ਹਾਲਾਤ ਮਾੜੇ ਹੈ ਤੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ, ਤੁਸੀਂ ਦੋ ਰਸਤੇ ਅਪਣਾਉਂਦੇ ਹੋ। ਜਾਂ ਤਾਂ ਉਹਨੂੰ ਉਸ ਤੋਂ ਸਿਚੁਏਸ਼ਨ ਤੋਂ ਭੱਜ ਜਾਓਗੇ, ਦੌੜ ਜਾਓਗੇ, ਜਾਂ ਲੜੋਗੇ। ਉਹ ਐਂਗਜ਼ਾਇਟੀ ਜਿਹੜੀ ਆ ਉਹ ਤੁਹਾਨੂੰ ਤਿਆਰ ਕਰਦੀ ਅੰਦਰੋਂ, ਤੇ ਤੁਹਾਡੀ ਜਿਹੜੀ ਕੰਮ ਕਰਨ ਦੀ ਐਫੀਸ਼ੀਐਂਸੀ ਹੈ, ਤੁਹਾਡੀ ਹਾਰਟ ਬੀਟ, ਤੁਹਾਡਾ ਬਲੱਡ ਪ੍ਰੈਸ਼ਰ, ਤੁਹਾਡੀ ਬਲੱਡ ਸ਼ੂਗਰ, ਤੁਹਾਡਾ ਹਾਰਟ ਪੰਪ ਕਰੇਗਾ, ਉਸ ਹਿਸਾਬ ਨਾਲ ਤੁਹਾਡੇ ਪੱਠੇ ਤਿਆਰ ਹੋ ਜਾਣਗੇ, ਤੁਹਾਡੇ ਪੱਠੀਆਂ ਦੇ ਨਾੜਾਂ ਖੁੱਲ੍ਹ ਜਾਣਗੀਆਂ, ਬ੍ਰੇਨ ਦੀਆਂ ਨਾੜਾਂ, ਤੁਹਾਡਾ ਦਿਮਾਗ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦੇਗਾ। ਤੁਸੀਂ ਐਂਗਜ਼ਾਇਟੀ 'ਚ ਉਹ ਕੰਮ ਕਰ ਜਾਓਗੇ ਜਿਹੜੇ ਤੁਸੀਂ ਨਾਰਮਲੀ ਨਹੀਂ ਕਰ ਸਕਦੇ। ਬੰਦਾ ਬਹੁਤ ਉੱਚੀ ਕੰਧ ਟੱਪ ਜਾਏਗਾ, ਜਾਂ ਕੋਈ ਇਹੋ ਜਿਹਾ ਕੰਮ ਕਰ ਜਾਏਗਾ ਜਿਹੜਾ ਨਾਰਮਲੀ ਨਹੀਂ ਕਰ ਸਕਦਾ। ਸੋ ਕਦੇ ਨਾਲ ਹੋਇਆ ਕਿਉਂਕਿ ਬਾਡੀ ਨੇ ਸਾਨੂੰ ਇੱਕ ਜਿਹੜੀ ਉਹ ਪਰਸੀਵ ਕਰ ਰਿਹਾ ਸੀ ਉਹਨੂੰ ਕਿ ਮੈਨੂੰ ਮੇਰੀ ਹਾਲਾਤ ਜਿਹੜੇ ਨੇ ਉਹ ਮੈਥੋਂ ਵੱਧ ਮੰਗ ਕਰਦੇ ਆ, ਉਹਦੇ ਹਿਸਾਬ ਨਾਲ ਉਹ ਬਾਡੀ ਨੇ ਉਹਨੂੰ ਤਿਆਰ ਕੀਤਾ। ਉਹ ਚਾਹੇ ਪੇਪਰ ਹੋਣੇ ਕਿਸੇ ਬੱਚੇ ਦੇ, ਉਹ ਤਾਂ ਵੀ ਐਂਗਜ਼ਾਇਟੀ ਹੁੰਦੀ ਹੈ। ਜੇ ਕੋਈ ਉਹਨੂੰ ਲੱਗਦਾ ਕੋਈ ਮੰਨ ਲਓ ਕੋਈ ਵਾਈਲਡ ਐਨੀਮਲ 'ਚ ਕਰ ਗਿਆ, ਉਹ ਤੇ ਕਿਸੇ ਕੁੱਤੇ ਨੇ ਹਮਲਾ ਕਰਤਾ, ਕੋਈ ਸੱਪ ਦਿਖ ਗਿਆ, ਜਾਂ ਕੋਈ ਵੀ ਐਂਗਜ਼ਾਇਟੀ ਹੋ ਸਕਦੀ ਹੈ। ਜਾਂ ਕਿਸੇ ਬੰਦੇ ਨਾਲ ਵਾਹ ਪੈ ਗਿਆ ਉਹਦਾ, ਜਿਹੜਾ ਬੰਦਾ ਨੂੰ ਪਸੰਦ ਨਹੀਂ ਹੈ, ਤੇ ਉਹ ਬੰਦੇ ਤੇ ਉਹ ਡਾਊਟ ਕਰ ਰਿਹਾ ਵੀ ਬੰਦਾ ਮੈਨੂੰ ਨੁਕਸਾਨ ਕਰੇਗਾ, ਜਾਂ ਬੰਦਾ ਮੇਰੀ ਬੇਇੱਜ਼ਤੀ ਕਰੇਗਾ, ਜਾਂ ਬੰਦਾ ਮੈਨੂੰ ਝਿੜਕੇਗਾ, ਜਾਂ ਬੰਦਾ ਮੈਨੂੰ ਮਾਰੇਗਾ। ਕੁਛ ਨਾ ਕੁਛ ਥ੍ਰੈਟ ਪਰਸੈਪਸ਼ਨ, ਕਿ ਉਹਨੂੰ ਇਹ ਲੱਗਦਾ ਕਿ ਇਹ ਹਾਲਾਤ 'ਚ ਮੇਰੀ ਇੱਜ਼ਤ ਨੂੰ, ਮੇਰੀ ਸੈਲਫ ਰਿਸਪੈਕਟ ਨੂੰ, ਮੇਰੇ ਜਿਹੜੇ ਅਭਿਮਾਨ ਨੂੰ ਕੋਈ ਠੇਸ ਪਹੁੰਚ ਸਕਦੀ ਹੈ। ਜਾਂ ਜੇ ਮੈਂ ਫੇਲ ਹੋ ਗਿਆ ਤਾਂ ਕੋਈ ਨੁਕਸਾਨ ਹੋ ਸਕਦਾ, ਤਾਂ ਮੈਂ ਕਾਮਯਾਬ ਹੋਣ ਲਈ ਮੈਨੂੰ ਓਵਰ ਕਰਨਾ ਪਏਗਾ। ਕੁਛ ਵੀ ਇੱਦਾਂ ਦੀ ਪਰਸੈਪਸ਼ਨ ਜਿਹੜੀ ਅੱਜ ਮਨ 'ਚ ਆ ਰਹੀ ਹੈ, ਉਹਦੇ ਅਕੋਰਡਿੰਗਲੀ ਉਹ ਬੰਦਾ ਐਕਟ ਕਰੇਗਾ। ਇਹਦਾ ਮਤਲਬ ਹੈ ਐਂਗਜ਼ਾਇਟੀ ਅੱਛੀ ਚੀਜ਼ ਹੈ, ਬੁਰੀ ਚੀਜ਼ ਨਹੀਂ ਹੈ। ਹੁਣ ਕਦੋਂ ਬੁਰੀ ਚੀਜ਼ ਹੋ ਜਾਂਦੀ ਹੈ? ਐਂਗਜ਼ਾਇਟੀ ਅੱਛੀ ਚੀਜ਼ ਹੈ, ਚਿੰਤਾ ਅੱਛੀ ਚੀਜ਼ ਹੈ, ਜੇ ਤੁਸੀਂ ਉਹਨੂੰ ਮੈਨੇਜ ਕਰ ਲਓ ਤਾਂ, ਬਿਨਾਂ ਡਿਸਟਰਬ ਹੋਏ। ਤੁਹਾਡੀ ਨੀਂਦ ਨਾ ਡਿਸਟਰਬ ਹੋਵੇ, ਤੁਹਾਡੀ ਬਾਡੀ 'ਚ ਕੋਈ ਕੰਪਨ ਪੈਦਾ ਨਾ ਹੋਵੇ, ਤੁਹਾਨੂੰ ਸਾਹ ਬਹੁਤ ਜ਼ਿਆਦਾ ਨਾ ਚੜ੍ਹੇ, ਤੁਹਾਡੀ ਹਾਰਟ ਬੀਟ ਬਹੁਤ ਜ਼ਿਆਦਾ ਨਾ ਹੋ ਜਾਏ ਕਿ ਤੁਹਾਨੂੰ ਹੈਂਡਲ ਹੀ ਨਾ ਕਰ ਸਕੋ ਤੁਸੀਂ ਉਹਨੂੰ। ਤੋ ਜੇ ਤੁਸੀਂ ਉਹਨੂੰ ਨਾਰਮਲ ਰਹਿ ਕੇ ਵਿਦਨ ਉਹਦੇ ਜਿਹੜੇ ਤੁਹਾਡੇ ਪੈਰਾਮੀਟਰ ਨੇ, ਮਤਲਬ ਹਾਰਟ ਬੀਟ ਦਾ ਸਾਡਾ ਪੈਰਾਮੀਟਰ ਹੈ ਕਿ ਰੈਸਟ 'ਤੇ ਸਾਡਾ ਹਾਰਟ ਬੀਟ 70 ਚੱਲਦਾ, ਅਤੇ ਮੈਕਸੀਮਮ ਉਹ 150-200 ਤੱਕ ਜਾ ਸਕਦਾ। ਹਾਂ, ਡਬਲ ਤੋਂ ਜ਼ਿਆਦਾ ਹੋ ਜਾਂਦਾ। ਉੱਥੋਂ ਤੱਕ ਆਪਾਂ ਡੀਲ ਕਰ ਸਕਦੇ ਹਾਂ। ਲੇਕਿਨ ਜੇ ਉਸ ਤੋਂ ਵੀ ਜ਼ਿਆਦਾ ਹੋ ਜਾਵੇ, ਫਿਰ ਅੰਦਰੋਂ ਬਹੁਤ ਘਬਰਾਹਟ ਹੋਣ ਲੱਗ ਜਾਂਦੀ ਹੈ। ਬੰਦੇ ਨੂੰ ਫੇਂਟਿੰਗ ਸੈਂਸੇਸ਼ਨ ਹੋਏਗੀ, ਬੰਦੇ ਨੂੰ ਲੱਗੇਗਾ ਕਿ ਮੈਂ ਤਾਂ ਗਿਰ ਜਾਊਂਗਾ, ਉਹ ਬੰਦੇ ਤੱਕ ਸੁਣਨ ਵੀ ਲੱਗ ਜਾਂਦੀ ਹੈ, ਤਾਂ ਬੰਦਾ ਘਬਰਾ ਜਾਂਦਾ। ਫਿਰ ਘਬਰਾ ਵੀ ਜਾਂਦਾ, ਨੁਕਸਾਨ ਵੀ ਹੋ ਸਕਦਾ, ਹਾਰਟ ਫੇਲ ਵੀ ਹੋ ਸਕਦਾ, ਹਾਰਟ ਅਟੈਕ ਵੀ ਹੋ ਸਕਦਾ। ਉਹ ਡਿਪੈਂਡ ਕਰਦਾ ਕਿੱਦਾਂ ਦੀ ਉਹਦੀ ਸਿਹਤ ਹੈ। ਤਾਂ ਇਹ ਜਿਹੜਾ ਵਰਤਾਰਾ ਐਂਗਜ਼ਾਇਟੀ ਦਾ ਹੈ, ਇਹਨੂੰ ਫਿਰ ਐਂਗਜ਼ਾਇਟੀ ਨਿਊਰੋਸਿਸ ਕਹਿ ਦਿੰਦੇ ਆ, ਉਹਨੂੰ ਬਿਮਾਰੀ ਦੀ ਸ਼ਕਲ ਲੈ ਗਿਆ ਉਹ। ਇਹਦਾ ਮਤਲਬ ਉਹ ਬੰਦਾ ਇਹੋ ਜਿਹੀ ਸਥਿਤੀ 'ਚ ਪਹੁੰਚ ਗਿਆ ਜਿੱਥੇ ਉਹ ਆਪਣੀ ਐਂਗਜ਼ਾਇਟੀ ਨੂੰ ਹੈਂਡਲ ਨਹੀਂ ਕਰ ਪਾਉਂਦਾ, ਅਤੇ ਉਹ ਘਬਰਾ ਜਾਂਦਾ ਹੈ, ਜਾਂ ਕੋਈ ਦਵਾਈ ਯੂਜ਼ ਕਰੇਗਾ, ਜਾਂ ਉਹ ਉਲਟਾ ਉਹਦੀ ਐਫੀਸ਼ੀਐਂਸੀ ਵਧਣ ਦੀ ਬਜਾਏ ਘਟ ਜਾਏਗੀ। ਮਤਲਬ ਉਹਨੇ ਐਂਗਜ਼ਾਇਟੀ ਦੇ ਸਿਰ 'ਤੇ ਬਿਹਤਰ ਪਰਫਾਰਮ ਕਰਨਾ ਸੀਗਾ, ਹੁਣ ਉਹ ਇੰਨੀ ਜ਼ਿਆਦਾ ਵੱਧ ਗਈ ਐਂਗਜ਼ਾਇਟੀ ਕਿ ਉਹ ਬਿਹਤਰ ਪਰਫਾਰਮ ਕਰਨ ਦੀ ਬਜਾਏ ਉਲਟਾ ਹੋ ਗਿਆ ਸਾਰਾ। ਇਹ ਜੇ ਉਹਨੇ ਭੱਜਣ ਦੀ ਲੋੜ ਸੀ, ਦੌੜਨ ਦੀ ਲੋੜ ਸੀ, ਉਹ ਦੌੜਨੋਂ ਰਹਿ ਗਿਆ। ਜੇ ਲੜਨ ਦੀ ਲੋੜ ਸੀ ਤਾਂ ਉਹ ਕੰਬਣ ਲੱਗ ਗਿਆ, ਲੜ ਨਹੀਂ ਸਕਿਆ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਬੰਦੇ ਡਰ ਕੇ ਕੰਬਣ ਲੱਗ ਜਾਂਦੇ ਆ, ਰੋਣ ਲੱਗ ਜਾਂਦੇ ਆ, ਕੰਬਣ ਲੱਗ ਜਾਂਦੇ ਆ, ਚੀਕਾਂ ਮਾਰਨ ਲੱਗ ਜਾਂਦੇ ਆ। ਤਾਂ ਉਹ ਹੋ ਗਿਆ ਐਂਗਜ਼ਾਇਟੀ ਨਿਊਰੋਸਿਸ। ਉਹਨੇ ਤਾਂ ਬਿਲਕੁਲ ਉਲਟਾ ਹੁੰਦਾ, ਉਹਨੂੰ ਕਹਿੰਦੇ ਡਿਪਰੈਸ਼ਨ। ਡਿਪਰੈਸ਼ਨ ਆਮ ਤੌਰ 'ਤੇ ਕਰੋਨਿਕ ਹੁੰਦਾ, ਐਂਗਜ਼ਾਇਟੀ ਅਕਿਊਟ ਹੁੰਦੀ ਹੈ, ਐਂਗਜ਼ਾਇਟੀ ਵੀ ਕਰੋਨਿਕ ਹੁੰਦੀ ਹੈ, ਐਸੀ ਗੱਲ ਨਹੀਂ ਐਂਗਜ਼ਾਇਟੀ ਕਰੋਨਿਕ ਨਹੀਂ ਹੁੰਦੀ। ਡਿਪਰੈਸ਼ਨ ਹੁੰਦਾ ਬਹੁਤੀ ਵਾਰੀ, ਦੋਨੋਂ ਮਿਕਸਚਰ ਵੀ ਹੁੰਦਾ। ਅੱਜ ਕੱਲ੍ਹ ਦੇ ਜਿਹੜਾ ਮਾਡਰਨ ਮੈਨ ਹੈ, ਉਹ 'ਚ ਦੋਨੋਂ ਇਕੱਠੇ ਹੈਗੇ ਆ। ਕਦੇ ਉਹ ਡਿਪਰੈਸ਼ਨ ਚਲਾ ਜਾਂਦਾ, ਕਦੇ ਐਂਗਜ਼ਾਇਟੀ ਚਲਾ ਜਾਂਦਾ। ਐਂਗਜ਼ਾਇਟੀ ਡਿਪਰੈਸ਼ਨ ਤੁਸੀਂ ਦੇਖੋਗੇ ਕਿ ਸਕੈਟਰੀ ਵਾਲਿਆਂ ਨੇ ਦੋਨੋਂ ਦਵਾਈਆਂ ਪਾਈ ਹੁੰਦੀਆਂ ਨੇ, ਐਂਗਜ਼ਾਇਟੀ ਦੀ ਵੀ ਪਾਈ ਹੁੰਦੀ ਹੈ, ਡਿਪਰੈਸ਼ਨ ਦੀ ਵੀ ਪਾਈ ਹੁੰਦੀ ਹੈ। ਡਿਪਰੈਸ਼ਨ ਦਾ ਮਤਲਬ ਕੀ ਆ? ਡਿਪਰੈਸ਼ਨ ਦਾ ਮਤਲਬ ਹੈ ਕਿ ਤੁਸੀਂ ਲੋ ਹੋ, ਤੁਹਾਡਾ ਬਾਹਰ ਜਾਣ ਨੂੰ ਜੀਅ ਨਹੀਂ ਕਰ ਰਿਹਾ, ਥੋੜ੍ਹਾ ਕਿਸੇ ਨਾਲ ਗੱਲ ਕਰਨ ਨੂੰ ਜੀਅ ਨਹੀਂ ਕਰ ਰਿਹਾ, ਤੁਹਾਡੀ ਰੋਟੀ ਨਹੀਂ ਭੁੱਖ ਨਹੀਂ ਲੱਗ ਰਹੀ, ਤੁਹਾਨੂੰ ਨਾਰਮਲ ਐਕਟੀਵਿਟੀ ਤੋਂ ਥੱਲੇ ਚਲੇ ਗਏ ਤੁਸੀਂ। ਜਿਹਨੂੰ ਕਹਿੰਦਾ ਢਹਿੰਦੀ ਕਲਾ
ਢੰਦੀ ਕਲਾ ਚਲੇ ਗਏ, ਬੀਪੀ ਲੋ ਹੋ ਜਾਂਦਾ, ਉਧਰ ਬੀਪੀ ਐਂਗਜ਼ਾਇਟੀ ਹਾਈ ਹੁੰਦਾ, ਇੱਧਰ ਲੋ ਹੋ ਜਾਂਦਾ, ਸੇਮ ਹਾਰਟ ਰੇਟ ਲੋ ਹੋ ਜਾਂਦਾ, ਸ਼ੂਗਰ ਘਟ ਜਾਏਗੀ। ਬਿਲਕੁਲ ਸਾਰੇ ਫਿਜ਼ੀਕਲ ਪੈਰਾਮੀਟਰ ਨਾਲ ਹੀ ਕਰਦੇ ਆ, ਕਿਉਂਕਿ ਬਾਡੀ ਤੇ ਮਾਈਂਡ ਇੱਕੋ ਹੀ ਨੇ ਨਾ। ਜੇ ਜਿੱਦਾਂ ਦਾ ਮਾਈਂਡ ਆ ਉਦਾਂ ਦੀ ਬਾਡੀ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹਨੂੰ ਕਹਿੰਦੇ ਆ ਡਿਪਰੈਸ਼ਨ। ਸੋ ਇਹ ਡਿਪਰੈਸ਼ਨ ਹੋ ਗਿਆ। ਤੀਜੀ ਲਾਮਤ ਹੁੰਦੀ ਹੈ, ਉਹਨੂੰ ਕਹਿੰਦੇ ਆ, ਜਿਹਨੂੰ ਆਪਾਂ ਕਹਿੰਦੇ ਆ ਬਾਈਪੋਲਰ ਦਾ ਮਤਲਬ ਦੋ ਪੋਲਸ, ਦੋ ਅਲੱਗ-ਅਲੱਗ। ਕਦੀ ਤਾਂ ਐਂਗਜ਼ਾਇਟੀ 'ਚ ਹੈ, ਹਾਈਪਰ ਹੈ, ਕਦੀ ਉਹ ਡਿਪਰੈਸ਼ਨ 'ਚ ਹੈ। ਬਾਈਪੋਲਰ 'ਚ ਡਿਪੈਂਡ ਕਰਦਾ ਸਾਈਕਲ ਕਿੱਡੇ ਲੰਬੇ ਹੈ। ਕਈ ਵਾਰੀ ਬੰਦਾ ਹੁੰਦਾ ਹਫਤਾ 10 15 ਦਿਨ, ਮਹੀਨਾ ਹਾਈਪਰ ਚਲੀ ਜਾ ਰਿਹਾ, ਫਿਰ ਉਹ ਮਹੀਨਾ 15 ਦਿਨ 10 ਦਿਨ ਡਿਪਰੈਸ਼ਨ ਚਲਾ ਜਾਂਦਾ। ਮੂਡ ਸਵਿੰਗਸ ਆਉਂਦੇ ਆ, ਉਹਨੂੰ ਬਾਈਪੋਲਰ ਵੀ ਕਹਿੰਦੇ ਆ, ਬਾਈਪੋਲਰ ਡਿਸਆਰਡਰ ਕਹਿੰਦੇ ਆ। ਸੋ ਇਹਦਾ ਮਤਲਬ ਉਹ ਉਸ ਤੋਂ ਵੀ ਅਗਲੀ ਸਟੇਜ ਆ ਗਈ, ਜਿੱਥੇ ਹੁਣ ਸਾਰਾ ਕੁਝ ਉਹਦੇ ਆਊਟ ਆਫ ਕੰਟਰੋਲ ਜਾ ਚੁੱਕਿਆ, ਕਿ ਅੰਦਰ ਉਹਦੇ ਜਿਹੜੇ ਹਾਰਮੋਨਸ ਨੇ, ਨਿਊਰੋ ਟਰਾਂਸਮਿਟਰਸ ਨੇ, ਤੇ ਉਹਦੀ ਬਾਡੀ ਹੈ, ਉਹਦਾ ਸਾਰਾ ਰਿਦਮ ਜਿਹੜਾ ਕੋਆਰਡੀਨੇਸ਼ਨ ਟੁੱਟ ਚੁੱਕੀ ਹੈ, ਤੇ ਉਹਦੇ 'ਚ ਸਾਰਾ ਕੁਝ ਹੌਚ-ਪੌਚ ਹੋ ਚੁੱਕਿਆ, ਤੇ ਹੁਣ ਉਹ ਹੈਂਡਲ ਨਹੀਂ ਕਰ ਪਾ ਰਿਹਾ ਆਪਣੇ ਆਪ ਨੂੰ। ਹੁਣ ਉਹ ਆਬਵੀਅਸ ਜਿਹਨੂੰ ਕਹਿੰਦੇ ਪਾਗਲਾਂ ਦੀ ਕੈਟੇਗਰੀ 'ਚ ਆ ਗਿਆ। ਇਸੇ ਕੰਡੀਸ਼ਨ ਨੂੰ OCD ਵੀ ਕਹਿੰਦੇ। ਓਬਸੈਸਿਵ ਕੰਪਲਸਿਵ ਡਿਸਆਰਡਰ ਜਿਹੜਾ ਉਹ ਥੋੜਾ ਡਿਫਰੈਂਟ ਹੈ। ਓਬਸੈਸਿਵ ਕੰਪਲਸਿਵ ਡਿਸਆਰਡਰ ਦਾ ਮਤਲਬ ਹੁੰਦਾ ਕਿ ਬੰਦਾ ਇੱਕੋ ਗੱਲ ਤੇ ਫਸ ਜਾਂਦੀ ਘੁੱਗੀ ਉਹਦੀ। ਜੇ ਤਾਂ ਉਹਨੂੰ ਲੱਗਿਆ ਬਹੁਤ ਵਹਿਮੀ ਹੋ ਜਾਂਦਾ, ਜੇ ਉਹ ਕੁੰਡੀ ਬੰਦ ਕਰਕੇ ਆਇਆ ਤਾਂ ਕੁੰਡੀ ਬੰਦ ਕਰਕੇ ਜਾਊਗਾ, ਤੇ ਉੱਥੇ ਜਾਂਦਾ ਫਿਰ ਭੁੱਲ ਜਾਊਗਾ ਵੀ ਮੈਂ ਬੰਦ ਕੀਤੀ ਕਿ ਨਹੀਂ ਕੀਤੀ, ਫਿਰ ਆਊਗਾ ਮੁੜ ਕੇ ਦੇਖਣ ਚੈੱਕ ਕਰਨ ਲਈ, ਫਿਰ ਜਾਊਗਾ, ਫਿਰ ਆਊਗਾ, 4 5 ਵਾਰੀ ਐਂ ਕਰੇਗਾ। ਹੱਥ ਧੋਣ ਵਾਲਾ ਤਾਂ ਬਹੁਤ ਜ਼ਿਆਦਾ ਬੰਦੇ ਹੱਥ ਆਪ ਵੀ ਬਾਰ-ਬਾਰ ਧੋਈ ਜਾਣਗੇ। ਮਾੜਾ ਜਿਹਾ ਕਿਸੇ ਚੀਜ਼ ਨੂੰ ਹੱਥ ਲੱਗ ਗਿਆ ਜਾ ਕੇ ਹੱਥ ਧੋਣਗੇ, ਔਰ ਕਿੰਨਾ ਚਿਰ ਧੋਈ ਜਾਣਗੇ, ਦੂਜੇ ਨੂੰ ਵੀ ਕਹੀ ਜਾਣਗੇ ਤੂੰ ਐਂ ਨਾ ਕਰ, ਹੱਥ ਧੋ ਗਿਆ, ਜਾਂ ਤੂੰ ਇੱਥੇ ਹੱਥ ਲੱਗਿਆ, ਤੇਰਾ ਹੱਥ ਧੋ ਗਿਆ। ਉਹਦਾ ਏਦਾਂ ਦੇ ਹੋ ਜਾਂਦੇ ਆ। ਥੋੜਾ ਜਿਹਾ ਡਿਫਰੈਂਟ ਹੈ। OCD ਕਈ ਵਾਰੀ ਸੈਪਰੇਟ ਵੀ ਹੁੰਦਾ। OCD ਜਦੋਂ ਹੋਏਗਾ ਤਾਂ OCD ਵੈਸੇ ਮੋਸਟਲੀ ਮਾਈਲਡ ਨਹੀਂ ਹੁੰਦਾ ਹੈ, ਇਹ ਥੋੜੀ ਐਡਵਾਂਸ ਸਟੇਜ 'ਚ ਹੀ ਹੁੰਦਾ। ਜਿਹਨੂੰ OCD ਹੋ ਰਿਹਾ, ਅਬਸੈਸਿਵ ਕੰਪਲਸਿਵ ਡਿਸਆਰਡਰ, ਯਾਨੀ ਕਿ ਕੰਪਲਸਿਵ ਹੋ ਜਾਂਦਾ ਉਹ ਇੱਕ ਪਰਟੀਕੂਲਰ ਐਕਟੀਵਿਟੀ ਦੇ ਉੱਪਰ ਜਾ ਕੇ, ਉਹੀ ਗੱਲ ਨੂੰ ਬਾਰ-ਬਾਰ ਕਰੀ ਜਾਂਦਾ, ਤਾਂ ਉਹਦੇ ਨਾਲ ਕੁਛ ਨਾ ਕੁਛ ਨਾਲ ਹੋਰ ਵੀ ਹੋਏਗਾ, ਐਂਗਜ਼ਾਇਟੀ ਵੀ ਹੋਏਗੀ, ਡਿਪਰੈਸ਼ਨ ਵੀ ਹੋਏਗਾ, ਕੁਛ ਨਾ ਕੁਛ ਹੋਰ ਸਿੰਪਟਮ ਵੀ ਹੋਣਗੇ। ਇੱਕ ਚੌਥੀ ਸਟੇਜ ਹੁੰਦੀ ਸ਼ਿਜ਼ੋਫਰੇਨੀਆ ਦੇ ਵਿੱਚ ਓਰੀਐਂਟੇਸ਼ਨ ਹੀ ਬੰਦਾ ਖਰਾਬ ਕਰ ਬੈਠਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰ ਰਿਹਾ। ਉਹ ਕਦੇ ਕਿੱਦਾਂ ਦੀ ਗੱਲ, ਉਹਦੀ ਗੱਲਬਾਤ 'ਚ ਕੋਈ ਤਾਲਮੇਲ ਹੀ ਨਹੀਂ ਹੁੰਦਾ। ਉਸਨੂੰ ਬੰਦਾ ਕਹਿੰਦਾ ਵੀ ਪਾਗਲ ਹੋ ਗਿਆ। ਉਹ ਬਿਲਕੁਲ ਪਾਗਲ ਵਾਲਾ ਕੰਮ ਹੋ ਗਿਆ, ਕਿ ਉਹ ਗੱਲ ਕਰਦਾ ਕੋਈ ਗੱਲ ਕਰ ਜਾਏਗਾ, ਫਿਰ ਕਦੇ ਕੋਈ ਗੱਲ ਕਿਤੋਂ ਹੋਰ ਫੜ ਲਏਗਾ, ਕਿਤੋਂ ਹੋਰ ਫੜ ਲਏਗਾ। ਜੋ ਫਲੀਟਿੰਗ ਥਾਟਸ ਆਉਂਦੇ ਉਹਨੂੰ, ਉਹ ਪਹਿਲੀ ਗੱਲ ਕਰਕੇ ਜਦੋਂ ਤੁਸੀਂ ਉਸ ਗੱਲ ਦਾ ਜਵਾਬ ਦੇਣ ਲੱਗੋਗੇ, ਉਹ ਦੂਜੀ ਗੱਲ ਤੇ ਚੱਲ ਜਾਊਗਾ। ਉਹ ਗੱਲ ਪਹਿਲੀ ਗੱਲ ਭੁੱਲ ਹੀ ਜਾਏਗਾ। ਪਹਿਲੀ ਗੱਲ ਵੀ ਮੈਂ ਵੀ ਗੱਲ ਕੀਤੀ ਸੀ। ਡਿਫਰੈਂਟ ਟਾਈਪ ਦਾ ਕਈ ਪਰਸਨੈਲਿਟੀ, ਕਈ ਬੰਦੇ ਬਣ ਜਾਂਦੇ ਉਹਦੇ, ਮਤਲਬ ਇੱਕੋ ਹੀ ਬੰਦਾ ਨਹੀਂ ਹੁੰਦਾ। ਉਹ ਇੱਕ ਟਾਈਮ ਤੇ ਕੁਛ ਹੋ ਰਿਹਾ, ਦੂਜੇ ਟਾਈਮ ਤੇ ਕੁਛ ਹੋ ਰਿਹਾ, ਇੱਕ ਟਾਈਮ ਤੇ ਗੱਲ ਕਰ ਰਿਹਾ, ਦੂਜੇ ਟਾਈਮ ਬਿਲਕੁਲ ਉਲਟ ਕਰ ਰਿਹਾ। ਮਲਟੀਪਲ ਪਰਸਨੈਲਿਟੀ ਡਿਸਆਰਡਰ ਹੋ ਜਾਂਦਾ। ਉਹਦੀ ਅੱਗੇ ਉਹਦੀ ਅਲੱਗ, ਜਿਵੇਂ ਅਬਸੈਸਿਵ ਕੰਪਲਸਿਵ ਡਿਸਆਰਡਰ ਹੈ, OCD ਹੈ, ਇੱਦਾਂ ਹੀ ਸਲੀਪ ਵਾਕਿੰਗ ਉਹਦੇ 'ਚ ਹੁੰਦੀ ਹੈ। ਸ਼ਿਜ਼ੋਫਰੇਨਿਕ ਜਿਹੜੇ ਹੁੰਦੇ ਨੇ, ਇਹਨਾਂ 'ਚ ਸਲੀਪ ਵਾਕਿੰਗ ਹੋ ਜਾਂਦੀ ਹੈ। ਸੁੱਤੇ ਪਏ ਉਹਨਾਂ ਨੂੰ ਕੁਛ ਦਿਖਦਾ ਹੈ, ਮਤਲਬ ਸੁਪਨੇ 'ਚ, ਫਿਰ ਉਹਨੂੰ ਇੰਪਲੀਮੈਂਟ ਕਰ ਦਿੰਦੇ ਹੋ। ਕੋਈ ਗੱਲ ਦਿਸੀ ਉਹਨੂੰ, ਉੱਧਰ ਨੂੰ ਤੁਰ ਪੈਂਦੇ ਉੱਠ ਕੇ ਨੀਂਦ 'ਚ ਤੁਰ ਪੈਂਦੇ ਆ। ਕੋਈ ਸਮਝ ਉਹਦਾ ਕੌਨਸ਼ੀਅਸ ਸੋ ਰਿਹਾ ਹੁੰਦਾ, ਪਰ ਉਹ ਜਾ ਰਹੇ ਹੁੰਦੇ ਆ। ਤਾਂ ਦੂਜੇ ਬੰਦੇ ਨੂੰ ਇਹ ਲੱਗੂ ਵੀ ਚੰਗਾ ਭਲਾ ਤੁਰਿਆ ਜਾ ਰਿਹਾ, ਪਰ ਉਹਨੂੰ ਕੋਈ ਸਮਝ ਨਹੀਂ ਆ। ਹੁਣ ਜੇ ਤੁਸੀਂ ਝੰਜੋੜ ਕੇ ਜਗਾਓਗੇ, ਫਿਰ ਉੱਠ ਖੜੇਗਾ। ਸਲੀਪ ਵਾਕਿੰਗ ਹੋ ਜਾਂਦੀ। ਇਸ ਕਿਸਮ ਦੀਆਂ ਜਿਹੜੇ ਸਿੰਪਟਮ ਨੇ ਉਹ ਨੇ। ਤਾਂ ਇਸ ਤਰ੍ਹਾਂ ਜਿਹੜੀ ਮੈਂਟਲ ਹੈਲਥ ਦੇ ਕਾਫੀ ਸਾਰੇ ਸਿੰਪਟਮ ਜਿਹੜੇ ਨੇ। ਗੱਡੀ ਵੀ ਚਲਾ ਕੇ ਚਲੇ ਜਾਂਦੇ ਹੋਣੇ ਬੰਦੇ। ਬਿਲਕੁਲ ਕਰ ਸਕਦਾ, ਕੁਛ ਵੀ ਕਰ ਸਕਦਾ। ਉਹ ਗੱਡੀ ਚਲਾ ਕੇ ਵੀ ਲੈ ਜਾ ਸਕਦਾ, ਪਰ ਉਹਦੇ 'ਚ ਥੋੜਾ ਰਿਸਕ ਰਹੂਗਾ ਉਹਨੂੰ, ਕਿਉਂਕਿ ਪੂਰੀ ਤਰ੍ਹਾਂ ਅਲਰਟ ਨਹੀਂ ਹੋਊਗਾ। ਉਹ ਨੋਰਮਲੀ ਤਾਂ ਤੁਰ ਪਏਗਾ ਗੱਡੀ ਚਲਾ ਕੇ, ਪਰ ਉਹ ਸਾਰੇ ਆਲੇ ਦੁਆਲੇ ਫੁੱਲੀ ਤਰ੍ਹਾਂ ਵੇਖ ਨਹੀਂ ਹੈ, ਐਕਸੀਡੈਂਟ ਵੀ ਕਰ ਸਕਦਾ। ਤਾਂ ਉਹ ਜਿਹੜੇ ਵਰਤਾਰੇ ਨੇ ਸਾਰੇ ਦੇ ਸਾਰੇ ਮਾਨਸਿਕ ਬਿਮਾਰੀਆਂ ਦੇ, ਮਾਨਸਿਕ ਡਿਜ਼ੀਜ਼ ਦੇ, ਇਹ ਕਿਤੇ ਨਾ ਕਿਤੇ ਹੈਗੇ ਆ। ਡੀਪ
ਡਾਊਨ ਜੇ ਆਪਾਂ ਦੇਖੀਏ ਤਾਂ ਜੇ ਆਪਾਂ ਕਹੀਏ ਵੀ ਰੂਟ ਕਾਜ਼ਸ ਕੀ ਨੇ, ਜੜ੍ਹਾਂ ਕਿੱਥੇ ਹੁੰਦੀਆਂ ਨੇ, ਮੈਨੀਫੈਸਟੇਸ਼ਨ ਜਿਹੜੀਆਂ ਹੁੰਦੀਆਂ ਨੇ ਇਹ ਬਹੁਤੀਆਂ ਇੰਪੋਰਟੈਂਟ ਨਹੀਂ ਹੈਗੀਆਂ। ਬਹੁਤ ਜਿਹੜੇ ਸਾਈਕੈਟ੍ਰਿਸਟ ਨੇ ਇਹ ਉਹਨਾਂ ਬਿਮਾਰੀਆਂ ਨੂੰ ਅਲੱਗ-ਅਲੱਗ ਕੰਪਾਰਟਮੈਂਟ ਵੰਡ ਦਿੰਦੇ ਆ ਵੀ ਇਹ ਤਾਂ ਐਂਗਜ਼ਾਇਟੀ ਨੋਸਿਸ ਦਾ ਹੋ ਗਿਆ, ਤਾਂ ਡਿਪਰੈਸ਼ਨ ਦਾ ਹੋ ਗਿਆ। ਹੁਣ ਬੜਾ ਵੈਲ ਨੋਨ ਫੀਨੋਮੀਨਾ ਆ ਗਿਆ ਕਿ ਬਹੁਤ ਸਾਰੇ ਇਹ ਡਾਇਗਨੋਸਿਸ ਚੇਂਜ ਹੁੰਦੇ ਰਹਿੰਦੇ ਆ, ਆਪ ਹੀ ਮੰਨਣ ਲੱਗ ਗਏ ਹੁਣ ਵੀ ਅੱਜ ਬੰਦਾ ਇੱਕ ਬਿਮਾਰੀ ਦਾ ਤੁਸੀਂ ਲੇਬਲ ਕੀਤਾ ਤੇ ਪਤਾ ਨਹੀਂ 6 ਮਹੀਨੇ ਬਾਅਦ ਕੁਝ ਹੋਰ ਹੋ ਜਾਏਗਾ। ਕਿਉਂ? ਕਿਉਂਕਿ ਰੂਟ ਕਾਜ਼ਸ ਇੱਕੋ ਜਿਹੇ ਨੇ, ਜੜ੍ਹਾਂ ਕਿਤੇ ਨਾ ਕਿਤੇ ਉਹਦੀਆਂ ਹੈਗੀਆਂ ਨੇ। ਉਹ ਜੜ੍ਹਾਂ ਜਿਹੜੀਆਂ ਨੇ ਉਹਨੂੰ ਅੱਜ ਦੀ ਮਾਡਰਨ ਸੈਕਟਰੀ ਨੇ ਜੜ੍ਹ 'ਤੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਹੜੀ ਸਭ ਤੋਂ ਜ਼ਿਆਦਾ ਮਤਲਬ ਜਿਹਨੂੰ ਅਨਫੋਰਚੂਨੇਟ ਗੱਲ ਹੈ ਮਾਡਰਨ ਸੈਕਟਰੀ ਦੀ, ਅਤੇ ਮੈਂ ਤਾਂ ਇਵਨ ਇੱਥੋਂ ਤੱਕ ਵੀ ਕਹਿੰਦਾ ਕਿ ਇਹ ਮਾਡਰਨ ਸੈਕਟਰੀ ਨਾਲੋਂ ਜਿਹੜੇ ਸਾਡੇ ਪੁਰਾਣੇ ਸਾਧ ਹੁੰਦੇ ਸੀਗੇ ਭੂਤ ਪ੍ਰੇਤ ਕੱਢਣ ਵਾਲੇ, ਉਹ ਜ਼ਿਆਦਾ ਬਿਹਤਰ ਸੀ। ਕਿਉਂਕਿ ਅੱਜ ਦੀਆਂ ਦਵਾਈਆਂ ਜਿਹੜੀਆਂ ਸੈਕਟਰੀ ਦੀਆਂ, ਇਹ ਜਦੋਂ ਤੁਸੀਂ ਦਿੰਦੇ ਹੋ ਤਾਂ ਪੂਰੇ ਦਾ ਪੂਰਾ ਨਰਵਸ ਸਿਸਟਮ ਲੋ ਚਲਾ ਜਾਂਦਾ। ਦਵਾਈਆਂ ਨੂੰ ਕੋਈ ਅਕਲ ਨਹੀਂ ਹੈ ਕਿ ਪਰਟੀਕੂਲਰ ਟਾਈਪ ਦੇ ਸਿੰਪਟਮ ਜਿਹੜੇ ਸਿਰਫ ਉਹਨਾਂ ਨੂੰ ਠੀਕ ਕਰਨਾ, ਬੰਦੇ ਨੂੰ ਡਾਊਨ ਨਹੀਂ ਕਰਨਾ, ਬੰਦੇ ਦਾ ਨਰਵਸ ਬ੍ਰੇਨ ਬਲੌਕ ਨਹੀਂ ਕਰ ਦੇਣਾ। ਇਹ ਪੂਰੇ ਦਾ ਪੂਰਾ ਬ੍ਰੇਨ ਬਲੌਕ ਕਰ ਦਿੰਦੀਆਂ ਨੇ। ਇਹਦਾ ਮਤਲਬ ਤੁਸੀਂ ਦਵਾਈਆਂ ਦਿਓਗੇ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ, ਸੁੱਤਾ ਰਹੇਗਾ ਜਾਂ ਉਹਦਾ ਬ੍ਰੇਨ ਜਿਹੜਾ ਉਹਦੀ ਐਨਾਲਿਟੀਕਲ ਪਾਵਰ ਘਟ ਜਾਏਗੀ, ਉਹ ਕੰਮ ਨਹੀਂ ਕਰ ਪਾਏਗਾ ਪ੍ਰੋਪਰ। ਜੇ ਕੋਈ ਮੈਥਮੈਟਿਕਸ ਦੀ ਲੋੜ ਆ ਉਹ ਨਹੀਂ ਯੂਜ਼ ਕਰ ਪਾਏਗਾ, ਜੇ ਕੋਈ ਸਿਆਣਪ ਦੀ ਲੋੜ ਆ ਉਹ ਨਹੀਂ ਯੂਜ਼ ਕਰ ਪਾਏਗਾ, ਜੇ ਕੋਈ ਅਲਰਟਨੈਸ ਦੀ ਲੋੜ ਆ ਉਹ ਨਹੀਂ ਯੂਜ਼ ਕਰ ਪਾਏਗਾ, ਜੇ ਸੋਸ਼ਲ ਰਿਲੇਸ਼ਨਸ ਅੱਛੇ ਰੱਖਣ ਦੀ ਲੋੜ ਆ ਉਹ ਨਹੀਂ ਕਰ ਪਾਏਗਾ, ਕੋਈ ਮੈਰਿਡ ਲਾਈਫ 'ਚ ਪ੍ਰੋਬਲਮ ਆਉਣ ਲੱਗ ਜਾਣਗੀਆਂ ਉਹਨੂੰ, ਬੱਚੇ ਮਾਂ ਹੈ ਤਾਂ ਉਹਨੂੰ ਪੇਰੈਂਟਿੰਗ ਪ੍ਰੋਬਲਮ ਆਉਣ ਲੱਗ ਜਾਣਗੀਆਂ। ਉਹ ਦਵਾਈਆਂ ਕਰਕੇ ਹੁੰਦੀਆਂ ਨੇ ਬਹੁਤ ਵਾਰੀ। ਔਰ ਐਸਾ ਮੈਂ ਤਾਂ ਪਿਛਲੇ 50 ਸਾਲ ਤੋਂ ਓਬਜ਼ਰਵ ਕਰ ਰਿਹਾ ਜਦ ਦਾ ਮੈਂ MBBS ਕੀਤੀ ਹੈ ਕਿ ਜਦੋਂ ਦਵਾਈਆਂ ਦਿੰਦੇ ਹਾਂ ਅਸੀਂ ਇਹਨਾਂ ਸਿੰਪਟਮ ਨੂੰ ਦਬਾਉਣ ਲਈ, ਚਾਹੇ ਅਸੀਂ ਐਂਗਜ਼ਾਇਟੀ ਦਬਾਉਣ ਲਈ ਦਿੰਦੇ ਹਾਂ, ਉਹਦੇ 'ਚ ਇੱਕ ਜਿਹੜੀ ਬਹੁਤ ਹੀ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜੀਆਂ ਇਹ ਦਵਾਈਆਂ ਨੇ ਬਹੁਤ ਇਫੈਕਟਿਵ ਨੇ, ਬਹੁਤ ਸਟਰੋਂਗ ਨੇ, ਔਰ ਉਸ ਪਰਟੀਕੂਲਰ ਸਿੰਪਟਮ ਨੂੰ ਠੀਕ ਕਰ ਦਿੰਦੀਆਂ ਨੇ। ਇੱਕ ਵਾਰੀ ਐਂਗਜ਼ਾਇਟੀ ਨੂੰ ਇੱਕ ਵਾਰੀ ਠੀਕ ਕਰ ਦੇਣਗੀਆਂ ਅਤੇ ਬੰਦਾ ਇੱਕ ਵਾਰੀ ਖੁਸ਼ ਹੋ ਜਾਂਦਾ ਵੀ ਹਾਂ ਮੈਨੂੰ ਉਹ ਸਮੱਸਿਆ ਸੀ ਉਹ ਤਾਂ ਠੀਕ ਹੋ ਗਈ। ਉਹ ਨਾਲ 4 ਸਮੱਸਿਆਵਾਂ ਹੋਰ ਜਿਹੜੀਆਂ ਖੜੀਆਂ ਹੋਣਗੀਆਂ ਵੱਖਰੀ ਗੱਲ ਹੈ। ਸਿਮਿਲਰਲੀ ਡਿਪਰੈਸ਼ਨ ਇੱਕਦਮ ਨਹੀਂ ਠੀਕ ਹੁੰਦਾ, ਲੇਕਿਨ ਡਿਪਰੈਸ਼ਨ ਵੀ ਹਫ਼ਤੇ ਬਾਅਦ, 10 ਦਿਨ ਬਾਅਦ, 15 ਦਿਨਾਂ ਬਾਅਦ ਕਾਫੀ ਹੱਦ ਤੱਕ, ਐਂਗਜ਼ਾਇਟੀ ਦਾ ਤਾਂ ਬਹੁਤ ਇਫੈਕਟਿਵ ਨੇ, ਡਿਪਰੈਸ਼ਨ ਦੀਆਂ ਵੀ ਕਾਫੀ ਹੱਦ ਤੱਕ ਇਫੈਕਟਿਵ ਨੇ। ਹੁਣ ਤਾਂ ਇਹਦੇ 'ਚ ਵੀ ਇਫੈਕਟਿਵ ਦਵਾਈਆਂ ਆ ਗਈਆਂ ਕੁਛ ਜਿਹਦੇ 'ਚ ਬਾਈਪੋਲਰ ਦੀਆਂ ਵੀ ਔਰ ਸ਼ਿਜ਼ੋਫਰੀਨੀਆ ਦੇ ਵੀ। ਲੇਕਿਨ ਬਹੁਤ ਹੀ ਜਿਹੜੀ ਦੁਖਦਾਈ ਗੱਲ ਇਹ ਹੈ ਕਿ ਉਹ ਦਵਾਈਆਂ ਦੇ ਸਾਈਡ ਇਫੈਕਟਸ ਔਰ ਜਿਹੜੇ ਸਪਰੈਸ਼ਨ ਸਿਰਫ ਹੁੰਦਾ, ਸਿੰਪਟਮ ਸਪਰੈਸ਼ਨ ਹੁੰਦਾ, ਅੰਦਰੋਂ ਰੂਟ ਕਾਜ਼ ਟ੍ਰੀਟ ਨਹੀਂ ਹੁੰਦਾ। ਤੇ ਸਾਈਡ ਇਫੈਕਟਸ ਉਹਨਾਂ ਦੇ ਇੰਨੇ ਜ਼ਿਆਦਾ ਨੇ ਦਵਾਈਆਂ ਦੇ ਕਿ ਮਰੀਜ਼ ਜਿਹੜਾ ਹੈ ਉਹ ਬਿਲਕੁਲ ਹੀ ਕੰਡਮ ਹੋ ਕੇ ਰਹਿ ਜਾਂਦਾ। ਔਰ ਕੰਡਮ ਹੀ ਨਹੀਂ ਹੁੰਦਾ ਇਕੱਲਾ, ਉਹਦਾ ਬ੍ਰੇਨ ਪਰਮਾਨੈਂਟ ਡੈਮੇਜ ਹੋ ਜਾਂਦਾ। ਜਿਹੜੇ ਬੰਦੇ ਨੂੰ ਦਵਾਈਆਂ ਦੇ ਪਾਤਾ ਤਾਂ ਮੁੜ ਕੇ ਉਹ ਨਾਰਮਲ ਹੋ ਜਾਏਗਾ, ਇਸ ਗੱਲ ਦੀ ਪੋਸੀਬਿਲਿਟੀ ਜਿਵੇਂ ਜਿਵੇਂ ਦਵਾਈਆਂ ਦੀ ਲੈਂਥ ਵੱਧਦੀ ਜਾਏਗੀ ਘੱਟ ਜਾਏਗੀ। ਪਰਮਾਨੈਂਟਲੀ ਬੰਦੇ ਨੂੰ ਦਵਾਈਆਂ ਰੱਖਣਾ ਪਏਗਾ ਤੁਹਾਨੂੰ। ਬਹੁਤ ਹੀ ਜਿਹੜੀ ਇਹਨੂੰ ਕਹਿੰਦੇ ਜਿਹਨੂੰ ਇਹਦੀ ਇੰਟਰੋਸਪੈਕਸ਼ਨ ਕਰਨ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਇਹਨਾਂ ਦਵਾਈਆਂ 'ਤੇ ਪਾਉਂਦੇ ਹਾਂ ਤਾਂ ਕੀ ਅਸੀਂ ਪਾਪ ਤਾਂ ਨਹੀਂ ਕਰ ਰਹੇ ਕਿ ਉਸ ਬੰਦੇ ਨੂੰ ਪਰਮਾਨੈਂਟਲੀ ਅਸੀਂ ਹੈਂਡੀਕੈਪ ਕਰ ਰਹੇ, ਪਰਮਾਨੈਂਟਲੀ ਉਹਨੂੰ ਕਿਉਰ ਨਹੀਂ ਕਰ ਰਹੇ। ਨਾ ਕਿਉਰ ਦਾ, ਨਾ ਟਰੀਟਮੈਂਟ ਦਾ, ਲੇਕਿਨ ਟਰੀਟਮੈਂਟ ਨਾਂ ਦੀ ਚੀਜ਼ ਨਹੀਂ ਹੈ, ਉਹ ਟਰੀਟਮੈਂਟ ਨਹੀਂ ਹੈ ਉਹ। ਸੋ ਇਹਦੀ ਜੜ ਪਕੜਨੀ ਬੇਹੱਦ ਜ਼ਰੂਰੀ ਹੈ ਵੀ ਸਾਈਕੈਟ੍ਰਿਕ ਡਿਸਆਰਡਰ ਦੀ ਜੜ ਕਿੱਥੇ ਹੈ। ਜੇ ਤੁਸੀਂ ਜੜ ਨਹੀਂ ਪਕੜ ਪਾਉਂਦੇ ਤਾਂ ਤੁਸੀਂ ਸਾਈਕੈਟ੍ਰਿਕ ਅੱਜ ਅਸੀਂ ਐਸੀ ਘੁੰਮਣ ਘੇਰੀ 'ਚ ਫਸ ਚੁੱਕੇ ਹਾਂ ਸਮਾਜ ਸਾਰਾ। ਔਰ ਜੀ ਸਾਈਕੈਟ੍ਰਿਕ ਡਿਸਆਰਡਰ ਦੇ ਜਿਹੜੇ ਬੰਦੇ ਸ਼ਿਕਾਰ ਨੇ ਉਹ ਤਾਂ ਹੈਗੇ ਹੀ ਨੇ, ਲੇਕਿਨ ਜਿਹੜੇ ਨਹੀਂ ਵੀ ਸ਼ਿਕਾਰ ਉਹ ਉਹਨਾਂ ਅਲਾਮਤਾਂ ਤੋਂ ਪੀੜਤ ਉਹ ਵੀ ਹੈਗੇ। ਸਾਰੇ ਅਸੀਂ ਸਾਰੇ ਹੀ ਪੀੜਤ ਹਾਂ, ਚਾਹੇ ਜਿਹੜੇ ਸਾਡੇ 'ਤੇ ਬਿੱਲਾ ਨਹੀਂ ਲੱਗਿਆ ਵੀ ਐਂਗਜ਼ਾਇਟੀ ਨਿਊਰੋਸਿਸ ਦਾ, ਡਿਪਰੈਸ਼ਨ ਦਾ ਮਰੀਜ਼ ਹੈ, ਲੇਕਿਨ ਅਸੀਂ ਉਹਨਾਂ ਅਲਾਮਤਾਂ ਤੋਂ ਕਿਤੇ ਨਾ ਕਿਤੇ ਆਪਣੀ ਡੇਲੀ ਲਾਈਫ 'ਚ ਪੀੜਤ ਹੁੰਦੇ ਹਾਂ। ਇਹ ਨਹੀਂ ਕਿ ਅਸੀਂ ਸਾਈਕੈਟਰੀ ਦੇ ਮਰੀਜ਼ ਨਹੀਂ ਹਾਂ, ਅਸੀਂ ਵੀ ਕਿਸੇ ਨਾ ਕਿਸੇ ਹੱਦ ਤੱਕ, ਕਿਉਂਕਿ ਰੂਟ ਕਾਜ਼ ਸਾਡੇ 'ਤੇ ਵੀ ਆਪਰੇਟ ਕਰ ਰਹੇ ਹਾਂ। ਰੂਟ ਕਾਜ਼ ਤਾਂ ਸਾਰੇ ਸਮਾਜ 'ਤੇ ਆਪਰੇਟ ਕਰ ਰਹੇ ਨਾ। ਉਹ ਜਿਹੜੀਆਂ ਜੜ੍ਹਾਂ ਨੇ
ਉਹ ਸਾਰੇ ਸਮਾਜ 'ਚ ਨੇ। ਸੋ ਉਹਨਾਂ ਜੜ੍ਹਾਂ ਨੂੰ ਐਨਾਲਾਈਜ਼ ਕਰਨਾ ਬੇहद ਜ਼ਰੂਰੀ ਹੈ। ਅੱਜ ਦੇ ਸਮਾਜ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਟਾਸਕ ਹੈ ਕਿ ਜਿੱਧਰ ਸਮਾਜ ਨੇ ਅਜੇ ਤੱਕ ਧਿਆਨ ਹੀ ਨਹੀਂ ਦਿੱਤਾ। ਔਰ ਉਹਦਾ ਜਿਹੜਾ ਬਹੁਤ ਦੁਖਦਾਈ ਰਿਜ਼ਲਟ ਇਹ ਹੈ ਕਿ ਅਸੀਂ ਮੈਂਟਲ ਹੈਲਥ ਨੂੰ ਠੀਕ ਕਰਨ ਵਾਸਤੇ ਕੁਝ ਮੁੱਢਲੇ ਸਟੈਪ ਵੀ ਨਹੀਂ ਚੁੱਕੇ ਅਜੇ। ਔਰ ਅੱਜ ਜਿਹੜੇ ਇਹ ਮਾਨਸਿਕ ਰੋਗੀ ਜਿਹੜੇ ਬਣ ਚੁੱਕੇ ਆ ਉਹ ਤਾਂ ਬਹੁਤ ਬੁਰੀ ਤਰ੍ਹਾਂ ਰੁਲ ਰਹੇ ਆ, ਬਹੁਤ ਬੁਰੀ ਤਰ੍ਹਾਂ। ਉਹਨੂੰ ਦੇਖ ਕੇ ਤਾਂ ਮਤਲਬ ਜਿਹਨੇ ਕਹਿੰਦੇ ਲਹੂ ਦੇ ਅਥਰੂ ਬਹਾਉਣ ਵਾਲਾ ਕੰਮ ਹੋ ਜਾਂਦਾ। ਜੋ ਤੁਹਾਡੇ ਸਾਹਮਣੇ ਆ ਕੇ ਬੈਠਦੇ ਹੋ ਤੇ ਜੋ ਉਹਨਾਂ ਦੀ ਦਾਸਤਾਨ ਹੁੰਦੀ ਆ, ਤੁਸੀਂ ਮਤਲਬ ਰੋਣਾ ਆਉਂਦਾ ਕਿ ਅਸੀਂ ਕੀ ਕਰੀਏ, ਕਿਉਂਕਿ ਦੇयर इज नो ਸੋਲਿਊਸ਼ਨ। ਕੋਈ ਹੱਲ ਹੀ ਨਹੀਂ ਹੈ ਤੁਹਾਡੇ ਕੋਲ, ਕੋਈ ਸੰਸਥਾ ਨਹੀਂ ਹੈ, ਕੋਈ ਸੰਸਥਾ ਨਹੀਂ ਹੈ, ਕੋਈ ਅਦਾਰਾ ਨਹੀਂ ਹੈ ਜਿਹੜਾ ਉਹਨੂੰ ਡੀਲ ਕਰ ਸਕੇ। ਸੋ ਅੱਜ ਇੱਕ ਬਹੁਤ ਵੱਡਾ ਟਾਸਕ ਸਾਡੇ ਸਾਹਮਣੇ ਪਿਆ ਕਿ ਅਸੀਂ ਮਾਨਸਿਕ ਬਿਮਾਰੀਆਂ ਦੇ ਰੂਟ ਕਾਜ਼ਸ ਨੂੰ ਫੜੀਏ। ਜਦ ਤੱਕ ਜਿੱਦਾਂ ਆਪਾਂ ਡਾਇਬਟੀਜ਼ ਦੇ ਰੂਟ ਕਾਜ਼ ਨੂੰ ਫੜ ਲਿਆ, BP ਦੇ ਰੂਟ ਕਾਜ਼ ਨੂੰ ਫੜ ਲਿਆ ਤਾਂ ਟ੍ਰੀਟ ਕਰ ਰਹੇ ਹਾਂ ਤਾਂ ਬਹੁਤ ਅੱਛੇ ਰਿਜ਼ਲਟਸ ਆ ਰਹੇ ਆ। ਪਰ ਮਾਨਸਿਕ ਬਿਮਾਰੀਆਂ ਤੇ ਆਪਾਂ एक कॉन्फिडेंस ਨਾਲ ਨਹੀਂ ਕਹਿ ਸਕਦੇ कि ਅਸੀਂ ਇਹ ਕੰਮ ਕਰ ਲਿਆ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती है। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, क्या आप भी है इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। वो कोशिश करनी शुरू की, ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੈ। ਜਿਹੜੀ ਤੁਸੀਂ ਵਾਈਬ੍ਰੇਸ਼ਨ ਮੈਡੀਸਨ ਦੀ ਗੱਲ ਕਰਦੇ ਆਪਾਂ, ਵਾਈਬ੍ਰੇਸ਼ਨ ਮੈਡੀਸਨ ਉਹਦਾ ਕਿੱਸਾ ਹੈ ਕਿ ਵਾਈਬ੍ਰੇਸ਼ਨ ਮੈਡੀਸਨ ਮਾਨਸਿਕ ਬਿਮਾਰੀਆਂ ਵੀ ਠੀਕ ਕਰ ਸਕਦੀ ਹੈ, ਪਰ ਮਾਨਸਿਕ ਬਿਮਾਰੀਆਂ ਹੀ ਠੀਕ ਨਹੀਂ ਕਰ ਸਕਦੀ ਜੇ ਵਾਈਬ੍ਰੇਸ਼ਨ ਮੈਡੀਸਨ ਨੂੰ ਅਸੀਂ ਵੱਡੇ ਪੱਧਰ ਤੇ ਇੰਪਲੀਮੈਂਟ ਕਰ ਦਈਏ ਸਾਰੀ ਪੋਪੂਲੇਸ਼ਨ 'ਚ, ਆਮ ਲੋਕਾਂ 'ਚ ਵੀ, ਤਾਂ ਜਿਹੜੇ ਸਾਨੂੰ ਆਮ
ਜ਼ਿੰਦਗੀ ਦੀਆਂ ਦਿੱਕਤਾਂ ਨੇ ਉਹ ਵੀ ਬਹੁਤ ਘੱਟ ਜਾਣਗੀਆਂ। ਤੇ ਅਸੀਂ ਇੱਕ ਜਿਹਨੂੰ ਆਪਾਂ ਮੈਂਟਲੀ ਹੈਲਦੀ ਇਨਸਾਨ ਦੇ ਜਿਹੜੀਆਂ ਹਾਲਾਤਾਂ ਗਿਣ ਰਹੇ ਸੀ ਆਪਾਂ, ਉਧਰ ਸਾਰਾ ਜਣਾ ਖਾਣਾ ਤੁਹਾਨੂੰ ਫਿਰ ਉਧਰ ਦਿਖੇਗਾ। ਬਹੁਤ ਚੜ੍ਹਦੀ ਕਲਾ 'ਚ, ਹਰ ਬੰਦੇ ਚੜ੍ਹਦੀ ਕਲਾ 'ਚ, ਹਰ ਬੰਦਾ ਖੁਸ਼ ਹੈ, ਕੋਈ ਢੰਦੀ ਕਲਾ 'ਚ ਹੈ ਹੀ ਨਹੀਂਗਾ। ਤੇ ਸਮਾਜ ਬਹੁਤ ਮਾਰਾਮਾਰੀ 'ਚ ਮਤਲਬ ਨਹੀਂ ਪਿਆ ਹੋਇਆ, ਉਲਟਾ ਦੇਖ ਕੇ ਬਹੁਤ ਹੀ ਸਹਿਜ 'ਚ ਔਰ ਖੁਸ਼ ਔਰ ਇੱਕ ਦੂਜੇ ਦਾ ਹੈਲਪਿੰਗ, ਇੱਕ ਦੂਜੇ ਦੀ ਮਦਦ ਕਰਨ ਵਾਲਾ ਸਮਾਜ ਹੈ। ਤਾਂ ਉਹ ਬਹੁਤ ਸਾਰੀਆਂ ਜਿਹੜੀਆਂ ਮੈਂਟਲ ਹੈਲਥ ਜਿਹੜੀ ਹੈ, ਜਿਹਨੂੰ ਕਹਿੰਦੇ ਆ, ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਫਿਰ ਡੁੱਲ ਪਾਊਗੀ ਜੇ ਕਿਤੇ ਅਸੀਂ ਇਹਨਾਂ ਦੇ ਰੂਟ ਕਾਜ਼ ਫੜ ਲੈਂਦੇ ਹਾਂ ਤੇ ਫਿਰ ਉਹਨਾਂ ਦਾ ਸੋਲਿਊਸ਼ਨ ਕਰਦੇ ਹਾਂ। ਤਾਂ ਪਰ ਉਹ ਜਿਹੜੇ ਮੈਂਟਲ ਹੱਲ ਵੀ ਜਿਹੜੇ ਨੇ ਉਹ ਬੜੇ ਗਹਿਰੇ ਨੇ, ਜਿਹੜੇ ਕਾਰਨ ਵੀ ਗਹਿਰੇ ਨੇ, ਤੇ ਹੱਲ ਵੀ ਬਹੁਤ ਉਹਦੇ ਵੱਡਾ ਕੁਛ ਤਬਦੀਲੀ ਮੰਗਦੇ ਆ। ਉਹ ਕੁਛ ਆਪਾਂ ਟੱਚ ਕਰਦੇ ਹਾਂ। ਆਪਾਂ ਨੇ ਕਲੇਮ ਨਹੀਂ ਕਰ ਸਕਦੇ ਕਿ ਸਾਨੂੰ ਰੂਟ ਕਾਜ਼ ਦੀ ਸਮਝ ਆ ਗਈ ਹੈ। ਦੇਖੋ ਇੱਥੇ ਆਪਾਂ ਨੂੰ ਬਹੁਤ ਹੀ ਇਮਾਨਦਾਰੀ ਨਾਲ ਇਹ ਗੱਲ ਨੂੰ ਮੰਨਣਾ ਚਾਹੀਦਾ ਹੈ ਕਿ ਅਸੀਂ ਵੀ ਬਹੁਤ ਇਗਨੋਰੈਂਟ ਹਾਂ। ਇਹ ਕੋਸ਼ਿਸ਼ ਸ਼ੁਰੂ ਵੱਡੇ ਪੱਧਰ ਜਿਹੜੀ ਫਿਜ਼ੀਕਲ ਬਿਮਾਰੀਆਂ ਦੀ ਨੂੰ ਸਮਝਣ ਦੀ ਕੋਸ਼ਿਸ਼ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਪਿਛਲੇ 20-25 ਸਾਲ ਤੋਂ ਸੈਂਕੜੇ ਲੋਕ ਕੰਮ ਕਰ ਰਹੇ ਹੈ। ਸ਼ੂਗਰ ਨੂੰ ਸਮਝਿਆ ਜਾਵੇ, BP ਨੂੰ ਸਮਝਿਆ ਜਾਵੇ, ਹਾਰਟ ਅਟੈਕ ਨੂੰ ਸਮਝਿਆ ਜਾਵੇ, ਇਹਨਾਂ ਨੂੰ ਸਮਝਿਆ ਜਾਵੇ, ਲੇਕਿਨ ਮਾਨਸਿਕ ਬਿਮਾਰੀ ਨੂੰ ਸਮਝਿਆ ਜਾਵੇ ਵਾਲੀ ਜਿਹੜੀ ਪ੍ਰਕਿਰਿਆ ਬਹੁਤ ਉਸ ਤੋਂ ਨੀਵੇਂ ਪੱਧਰ ਤੇ ਹੈ ਅਜੇ ਵੀ। ਉਹਦੀ ਆਪਾਂ ਕੋਸ਼ਿਸ਼ ਕਰਦੇ ਹਾਂ ਥੋੜ੍ਹੀ ਜਿਹੀ ਗੱਲ ਸਮਰੀ 'ਚ ਕਿ ਵੀ ਕੀ ਰੂਟ ਕਾਜ਼ ਹੋ ਸਕਦੇ ਸੰਭਵ। ਰੂਟ ਕਾਜ਼ ਤੱਕ ਪਹੁੰਚਣ ਤੋਂ ਪਹਿਲਾਂ ਥੋੜਾ ਜਿਹਾ ਇਹਨੂੰ ਵੀ ਟੱਚ ਕਰ ਲਈਏ ਵੀ ਜਿਹੜੀ ਐਂਜ਼ਾਈਟੀ, ਡਿਪਰੈਸ਼ਨ, ਸੀਜ਼ੋਫਰੇਨੀਆ, OCD, ਇਹ ਐਂਜ਼ਾਈਟੀ ਤੋਂ ਲੈ ਕੇ ਸੀਜ਼ੋਫਰੇਨੀਆ ਪਲੱਸ ਉਸ ਤੋਂ ਬਾਅਦ ਜਿਹੜਾ ਸੁਇਸਾਈਡ, ਇਹ ਇੱਕ ਸਟੈਪ ਬਾਈ ਸਟੈਪ ਅੱਗੇ ਵੱਧਦਾ ਸਾਰਾ ਸਿਸਟਮ। ਬਿਲਕੁਲ ਉਸੇ ਦੀ ਗ੍ਰੈਵਿਟੀ ਹੈ ਨਾ, ਉਸੇ ਦੀ ਕਿਸ ਸ਼ਕਲ 'ਚ ਕਿੰਨਾ ਗੰਭੀਰ ਹੈ, ਉਹ ਕਿੰਨਾ ਗੰਭੀਰ ਹੈ। ਉਸੇ ਜਿਹੜਾ ਦਾ ਕਲਾਈਮੈਕਸ ਸੁਸਾਈਡ ਹੈ, ਜਿਹੜਾ ਕਲਾਈਮੈਕਸ ਜਿਹੜਾ ਸੁਸਾਈਡ ਹੈ, ਸੁਸਾਈਡਲ ਥਾਟਸ ਬਹੁਤ ਜ਼ਿਆਦਾ ਹੁੰਦੇ ਆ। ਇਹ ਇੱਕ ਨੋਨ ਹੈ ਕਿ ਜੇ ਇਹਦੀ ਫਿਗਰ ਐਗਜ਼ੈਕਟ ਸ਼ਾਇਦ ਮੈਂ ਕੋਟ ਨਾ ਕਰ ਸਕਾਂ ਕਿ ਜੇ 100 ਬੰਦੇ ਨੂੰ ਸੁਸਾਈਡਲ ਥਾਟ ਆ ਰਿਹਾ ਤਾਂ 10 ਬੰਦੇ ਸੁਸਾਈਡ ਅਟੈਂਪਟ ਕਰਦੇ ਆ, ਇੱਕ ਬੰਦਾ ਸਕਸੀਡ ਕਰਦਾ। ਇਹ ਮੋਟਾ ਫਿਗਰ ਹੈ ਕਿ ਜੇ 100 ਬੰਦੇ ਨੂੰ ਸੁਸਾਈਡਲ ਥਾਟਸ ਆਉਂਦੇ ਆ, ਉਹਦਾ ਜੀ ਕਰਦਾ ਮੈਂ ਮਰ ਜਾ, ਮਰਨਾ ਕਰਦਾ, ਉਹ 10 ਬੰਦੇ ਅਟੈਂਪਟ ਕਰਦੇ ਉਹ 'ਚੋਂ 90 ਤਾਂ ਅਟੈਂਪਟ ਕਰਨ ਦੀ ਵੀ ਹਿੰਮਤ ਨਹੀਂ ਪੈਂਦੀ, ਕਿਉਂਕਿ ਦੂਜੇ ਪਾਸੇ ਜਿਹੜੀ ਲਾਈਫ ਦੀ ਊਰਜਾ ਉਹ ਰੋਕ ਲੈਂਦੀ ਉਹਨੂੰ, ਉਹ 21 ਹੋ ਜਾਂਦੀ ਹੈ। ਜਿਹੜੀ ਮੌਤ ਦੀ ਆਵਾਜ਼ ਹੈ, ਮਰਨ ਦੀ ਇੱਛਾ ਹੈ, ਉਹ 19 ਰਹਿ ਜਾਂਦੀ ਹੈ, ਤੇ ਜ਼ਿੰਦਗੀ ਦੀ ਜਿਹੜੀ ਇੱਛਾ ਹੈ ਉਹ 21 ਹੋ ਜਾਂਦੀ ਹੈ। ਫਿਰ ਉਹ ਬੰਦਾ ਸੁਸਾਈਡਲ ਥਾਟ ਹੁੰਦਿਆਂ ਹੋਇਆ ਵੀ ਅਟੈਂਪਟ ਨਹੀਂ ਕਰਦਾ। ਉਹ 'ਚੋਂ ਸਿਰਫ 10 ਬੰਦੇ ਅਟੈਂਪਟ ਕਰਦੇ ਆ 100 'ਚੋਂ। ਜਿਹੜੇ ਬੰਦੇ ਅਟੈਂਪਟ ਕਰਦੇ ਨੇ, ਇਹਦਾ ਮਤਲਬ ਉਹ ਉਹਨਾਂ ਨਾਲੋਂ ਵੀ ਜ਼ਿਆਦਾ ਬਿਮਾਰ ਨੇ ਜਿਨ੍ਹਾਂ ਨੇ ਅਟੈਂਪਟ ਨਹੀਂ ਕੀਤਾ ਹੋਇਆ। ਉਹਨਾਂ ਦੇ ਉੱਪਰ ਜਿਹੜੀ ਮੌਤ ਵਾਲਾ ਜਿਹੜਾ ਮੈਸੇਜ ਹੈ ਉਹ 21 ਹੋ ਗਿਆ ਨਾ, ਤੇ ਜ਼ਿੰਦਗੀ ਵਾਲਾ 19। ਬਸ ਨਹੀਂ, ਬਹੁਤਾ ਫਰਕ ਨਹੀਂ ਹੈ, 19-21 ਦਾ ਫਰਕ ਹੁੰਦਾ। ਜੇ ਮੰਨ ਲਓ ਜੀਵਨ ਦੀ ਇੱਛਾ 21 ਹੈ ਤੇ ਮਰਨ ਦੀ ਇੱਛਾ 19 ਰਹਿ ਗਈ ਤਾਂ ਬੰਦੇ ਨੇ ਅਟੈਂਪਟ ਨਹੀਂ ਕੀਤਾ। ਜੇ ਉਹਦੀ ਮਰਨ ਦੀ ਇੱਛਾ 21 ਹੋ ਗਈ ਤੇ ਜੀਵਨ ਦੀ ਇੱਛਾ 19 ਹੋ ਗਈ ਤਾਂ ਉਹ ਅਟੈਂਪਟ ਕਰ ਗਿਆ। ਇੰਨਾ ਕੀ ਫਰਕ ਹੈ, ਬਹੁਤ ਜ਼ਿਆਦਾ ਗ੍ਰੋਸ ਫਰਕ ਆਪਾਂ ਨਹੀਂ ਕਹਿ ਸਕਦੇ। ਯਾਨੀ ਆਪਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਚਿੰਤਾ ਰੋਗ ਤੋਂ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਿਸੇ ਨੂੰ, ਤਾਂ ਉਹ ਅੱਗੇ ਜਾ ਕੇ ਉਹਦਾ ਅੰਤ ਜਿਹੜਾ ਉਹ ਮੌਤ ਵੀ ਹੋ ਸਕਦਾ। ਬਿਲਕੁਲ ਆਪ ਰੋਜ਼ ਸਾਡੇ ਸਾਹਮਣੇ ਮਰ ਰਹੇ ਬੱਚੇ, ਯੰਗ ਬੱਚੇ ਮਰ ਰਹੇ, ਯੰਗ ਬੱਚੇ ਸਕੂਲਾਂ ਦੇ ਬੱਚੇ ਸੁਸਾਈਡ ਕਰ ਰਹੇ। ਹੁਣ ਤਾਂ ਬਹੁਤ ਛੋਟੇ ਬੱਚੇ ਸੁਸਾਈਡ ਕਰਨ ਲੱਗੇ ਆ। ਇਹਨੂੰ ਗੰਭੀਰ ਮੰਨਿਆ ਜਾਵੇ, ਯਾਨੀ ਬੰਦਾ ਹੋਰ ਨੂੰ ਤਾਂ ਕੀ ਕਰੇਗਾ, ਆਪਣੀ ਜਾਨ ਆਪ ਹੀ ਲੈ ਲੈਂਦਾ। ਹਾਂ, ਔਰ ਬਹੁਤ ਵਾਰੀ ਤੁਸੀਂ ਪਾਓਗੇ ਕਿ ਜਿਹੜਾ ਸੁਸਾਈਡ ਕਰਨ ਦਾ ਕਾਰਨ ਕੀ ਹੁੰਦਾ, ਫੀਅਰ ਆਫ ਡੈਥ ਤੋਂ ਨੂੰ ਹੈਂਡਲ ਨਹੀਂ ਕਰ ਪਾਉਂਦਾ ਤੇ ਮੌਤ ਨੂੰ ਗਲ ਲਾ ਲੈਂਦਾ। ਤੁਸੀਂ ਕਿਤੇ ਅਜੀਬ ਸਥਿਤੀ ਹੈ। ਜੇ ਤੁਸੀਂ ਐਨਾਲਾਈਜ਼ ਕਰੋਗੇ ਤਾਂ ਬੰਦਾ ਸੁਸਾਈਡ ਕਿਉਂ ਕਰ ਗਿਆ, ਕਿਉਂਕਿ ਉਹਨੂੰ ਲੱਗਦਾ ਸੀ ਵੀ ਮੈਨੂੰ ਫਲਾਣਾ ਬੰਦਾ ਮਾਰ ਦੂਗਾ। ਹੁਣ ਮਾਰ ਦੂਗਾ ਤਾਂ ਉਹੀ ਹੁਣ ਤੋਂ ਆਪ ਮਰ ਰਿਹਾ, ਰੈਸ਼ਨੈਲਿਟੀ ਖਤਮ ਹੋ ਗਈ ਨਾ। ਸੋ ਉਹਦੀ ਰੈਸ਼ਨੈਲਿਟੀ ਇੰਨੀ ਲੋ ਲੈਵਲ ਤੇ ਆ ਜਾਂਦੀ ਹੈ ਕਿ ਮੌਤ ਤੋਂ ਤਾਂ ਡਰ ਰਿਹਾ ਤੇ ਮੌਤ ਨੂੰ ਗਲ ਲਾ ਰਿਹਾ। ਇਹ ਕੋਈ ਗੱਲ ਬਣੀ? ਫਿਰ ਬਹਾਦਰਾਂਗ ਮੈਂ ਹੀ ਸੋਚ ਮਾਰ ਦੂਗਾ, ਫਿਰ ਦੇਖਾਂਗੇ, ਲੜਾਂਗੇ ਉਹਦੇ ਨਾਲ। ਮੈਂ ਲੜੂੰਗਾ ਉਹਦੇ ਨਾਲ, ਮੈਂ ਮਾਰੂੰਗਾ, ਜੋ ਮਾਰੂੰਗਾ ਦੇਖਦੇ ਹਾਂ। ਫਿਰ ਯੋਧਿਆਂ ਵਾਲਾ ਕੰਮ ਹੋ ਗਿਆ ਨਾ। ਯੋਧਾ ਕੌਣ ਹੁੰਦਾ? ਯੋਧਾ ਇਹੀ ਹੁੰਦਾ ਉਹਨੂੰ ਪਤਾ ਮੈਨੂੰ ਦੁਸ਼ਮਣ ਮਾਰੇਗਾ, ਨਹੀਂ ਉਹ ਲੜਦਾ ਹੋਇਆ ਮਾਰਿਆ ਜਾਵੇ ਉਹਦੇ ਲਈ ਤਿਆਰ ਆਓ, ਲੇਕਿਨ ਉਹ ਸੁਸਾਈਡ ਨਹੀਂ ਕਰਨਾ। ਉਹਦਾ ਬਿਲਕੁਲ ਜਿਹੜਾ ਉਲਟਾ ਹੈ, ਉਹ ਜਿਹੜਾ ਮੈਦਾਨ 'ਚ ਜੰਗ ਦੇ ਨਾਲ ਯੋਧਾ ਜੋ ਲੜਨ ਜਾਂਦਾ ਹੈ ਉਹਨੂੰ ਪਤਾ ਵੀ ਮੈਨੂੰ ਦੁਸ਼ਮਣ ਮਾਰ ਸਕਦਾ, ਫਿਰ ਉਹ ਪਰ ਦੁਸ਼ਮਣ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਉਸ ਪ੍ਰੋਸੈਸ 'ਚ ਮਰ ਵੀ ਸਕਦਾ, ਪਰ ਉਹ ਪਰਵਾਹ ਨਹੀਂ ਕਰਦਾ ਉਸ ਗੱਲ ਦਾ। ਉਹਨੂੰ ਮੌਤ ਦਾ
ਤੋ ਇਹ ਜਿਹੜੀ ਕਮਾਲ ਦੀ ਸਥਿਤੀ ਹੈ, ਮੌਤ ਦਾ ਡਰ ਜਿਹੜਾ ਹੁੰਦਾ ਸਭ ਤੋਂ ਜ਼ਿਆਦਾ ਸੁਪਰੀਮ ਡਰ ਹੁੰਦਾ। ਸਭ ਡਰਾਂ ਦਾ ਬਾਪ ਜਿਹੜਾ ਹੈ ਉਹ ਮੌਤ ਦਾ ਡਰ ਹੈ। ਹਰ ਡਰ ਜਿਹੜੇ ਅਲਟੀਮੇਟਲੀ ਮੌਤ ਦੇ ਡਰ ਤੇ ਪਹੁੰਚਦੀ ਹੈ। ਤੇ ਜਿਸ ਬੰਦੇ ਨੇ ਮੌਤ ਦਾ ਡਰ ਕੱਢਤਾ ਉਹ ਰੀਅਲ ਇਨਸਾਨ ਬਣ ਜਾਂਦਾ, ਅਸਲੀ ਇਨਸਾਨ। ਹਾਂ, ਜਿੱਥੇ ਮੌਤ ਦਾ ਡਰ ਚੱਕਿਆ ਗਿਆ ਫਿਰ ਤੁਹਾਨੂੰ ਕੋਈ ਪਰਵਾਹ ਨਹੀਂ, ਤੁਸੀਂ ਮਸਤ ਹੋ। ਫਿਰ ਮਸਤ ਹੋ। ਤੁਸੀਂ ਦੇਖੋਗੇ ਕਿ ਉੱਦਾਂ ਦੇ ਬੰਦੇ ਜਿਹੜੇ ਮੌਤ ਤੋਂ ਨਹੀਂ ਡਰਦੇ, ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦਾ ਜਿਹੜਾ ਔਰਾ, ਉਹਨਾਂ ਦੀ ਪਰਸਨੈਲਿਟੀ ਡਿਫਰੈਂਟ ਹੋ ਜਾਂਦੀ ਹੈ। ਕਿਉਂਕਿ ਸਭ ਡਰਾਂ ਦਾ ਜਿਹੜਾ ਬਾਪ ਹੈ ਉਹ ਮੌਤ ਦਾ ਡਰ ਹੈ। ਸਭ ਡਰ ਮੌਤ ਦੇ ਡਰ ਤੋਂ ਨਿਕਲਦੇ ਨੇ। ਤਾਂ ਇਸ ਕਰਕੇ ਜਿਹੜਾ ਮੌਤ ਦਾ ਡਰ ਹੈ ਇੰਨਾ ਗੰਦਾ ਹੈ ਕਿ ਉਸੇ ਤੋਂ ਡਰਦਾ ਬੰਦਾ ਸੁਸਾਈਡ ਵੀ ਕਰ ਜਾਂਦਾ ਕਈ ਵਾਰੀ। ਹੁਣ ਉਸ ਡਰ ਨੂੰ ਹੀ ਹੈਂਡਲ ਨਹੀਂ ਕਰ ਪਾਉਂਦਾ, ਉਹ ਡਰ ਨੂੰ ਇੰਨਾ ਡਰਾਉਣ ਲੱਗ ਜਾਂਦਾ ਕਿ ਉਹ ਆਪ ਹੀ ਮਰ ਜਾਂਦਾ, ਆਪ ਹੀ ਮਰ ਜਾਂਦਾ। ਤਾਂ ਦੇਖੋ ਇਹਨਾਂ ਦੀ ਸਥਿਤੀ 'ਚ ਪਹੁੰਚ ਜਾਂਦਾ ਜਿਹੜਾ ਮਾਨਸਿਕ ਤੌਰ ਤੇ ਸਿੱਖ ਬੰਦਾ ਹੁੰਦਾ। ਆਪਾਂ ਰੂਟ ਕਾਜ਼ ਜੜ੍ਹਾਂ ਦੀ ਆਪਾਂ ਥੋੜੀ ਜਿੰਨੀ ਕੁ ਗੱਲ ਕੀਤੀ ਜਾ ਸਕਦੀ ਹੈ ਉਹ ਕਰਦੇ ਹਾਂ। ਮੇਰੇ ਖਿਆਲ ਅਗਰ ਆਪਾਂ ਲਈਏ ਤਾਂ ਸਭ ਤੋਂ ਜਿਹੜਾ ਮੁੱਢਲਾ ਜਿਹੜਾ ਹੈ ਨਾ ਮਾਨਸਿਕ ਰੋਗਾਂ ਦਾ ਜੜ ਹੈ ਉਹ ਹੈਗੀ ਹੈ ਆਈਨੈਸ। ਆਪਣੇ ਆਪ ਨੂੰ ਵੱਖਰਾ ਸਮਝਣਾ ਕਿ ਮੈਂ ਜਿਹੜੀ ਹੈ, ਤੁਸੀਂ ਅੱਜ ਤੋਂ 60 ਸਾਲ ਜਾਂ 70 ਸਾਲ ਜਾਂ 80 ਸਾਲ ਪਹਿਲਾਂ ਇਮੈਜਿਨ ਕਰਕੇ ਦੇਖੋ। ਈਵਨ ਮੇਰੇ ਬਾਪ ਨੂੰ ਜਾਂ ਮੇਰੇ ਦਾਦੇ ਨੂੰ ਜੇ ਕੋਈ ਪੁੱਛਦਾ ਸੀਗਾ ਕਿ ਤੂੰ ਕੌਣ ਹੈ, ਤਾਂ ਪਹਿਲਾਂ ਆਪਣੇ ਪਿੰਡ ਦਾ ਨਾਮ ਦੱਸੀ, ਮੈਂ ਫਲਾਣੇ ਪਿੰਡ ਦਾ ਵਾਸੀ ਹਾਂ। ਅਰਬ ਕੰਟਰੀਆਂ ਦੇ ਵਿੱਚ ਤਾਂ ਬਿਨ ਫਲਾਣਾ ਬਿਨ ਟਮਕਾਣਾ, ਉਹ ਉਹਨਾਂ ਦੇ ਪਿਤਾ ਦਾ ਵੀ ਨਾਮ, ਦਾਦਿਆਂ ਪੜਦਾਦਿਆਂ ਦਾ। ਦੇਖੋ ਫਿਰ ਉਹ ਕਹੂਗਾ ਵੀ ਫਲਾਣੇ ਕੋੜਮੇ ਚੋਂ ਆ, ਸਾਡਾ ਕੋੜਮਾ, ਆ ਸਾਡੀ ਜਾਤ ਹੈ। ਉਹ ਮੈਂ ਮੂੰਹ ਦੀ ਗੱਲ ਹੀ ਨਹੀਂ ਕਰਦਾ ਸੀਗਾ। ਹਰਿਦੁਆਰ ਚਲੇ ਜਾਓ, ਹੁਣ ਵੀ ਉੱਥੇ ਉਹ ਪਾਂਡੇ ਜਿਹੜੇ ਨਹੀਂ ਪੁੱਛਦੇ ਨੇ ਕੌਣ ਕੁਨਬਾ, ਕੌਣ ਗਾਉਂ, ਕੌਣ ਦੇਸ਼। ਉਹ ਜਿਹੜਾ ਪੁਰਾਣਾ ਸਮਾਜ ਸੀ ਉਹ ਅਸੀਂ 'ਚ ਜਿਉਂਦਾ ਸੀਗਾ। ਉਹ ਮੈਂ ਦੀ ਬੜੀ ਛੋਟੀ ਹੁੰਦੀ ਸੀ। ਜਦੋਂ ਕੁਨਬੇ 'ਚ ਜਿਉਂਦਾ ਸੀਗਾ ਤਾਂ ਉਹਦੇ ਮਨ 'ਚ ਕੋਈ ਇਨਸਿਕਿਉਰਿਟੀ ਨਹੀਂ ਸੀ ਹੁੰਦੀ। ਉਹਨੂੰ ਇਹ ਲੱਗਦਾ ਸੀ ਵੀ ਮੇਰਾ ਸਭ ਕੁਛ ਹੈਗਾ, ਮੇਰੇ ਚਾਚੇ, ਮੇਰੇ ਪਰਿਵਾਰ ਹੈ, ਮੇਰਾ ਪਿੰਡ ਹੈ, ਮੇਰੇ ਦੋਸਤ ਮਿੱਤਰ ਨੇ, ਮੇਰੇ ਪੜੋਸੀ ਨੇ, ਸਾਰੇ ਬੈਠੇ ਆ। ਔਰ ਬੈਠੀ ਨਹੀਂ, ਉਹ ਨਾਲ ਦੀ ਨਾਲ ਹਾਜ਼ਰ ਹੋ ਜਾਂਦੀ ਸੀ। ਔਰ ਅਜੇ ਤਾਂ ਮੈਮਰੀਜ਼ ਉਹ ਹੈਗੀਆਂ ਨੇ ਵੀ ਪਿੰਡ 'ਚ ਜਿੱਥੇ ਮੌਤ, ਇੱਕ ਵਾਰੀ ਮੌਤ ਨਹੀਂ, ਸਾਰੇ ਪਿੰਡ 'ਚ ਉਸ ਚੁੱਲ੍ਹਾ ਨਹੀਂ ਸੀ ਚੜ੍ਹਦਾ। ਕਈ ਵਾਰੀ ਜੇ ਕੋਈ ਬਹੁਤ ਯੰਗ ਮੌਤ ਹੋ ਜਾਂਦੀ ਸੀ, ਟ੍ਰੈਜਿਕ ਮੌਤ ਹੋ ਜਾਂਦੀ ਸੀ, ਤਾਂ ਪੂਰਾ ਪਿੰਡ ਜਿਹੜਾ ਸੋਗ ਮਨਾਉਂਦਾ ਸੀ ਉਹਦਾ। ਜਾਂ ਦੂਜੇ ਸੀਗਾ ਕਿ ਜੇ ਮੰਨ ਲਓ ਮੌਤ ਹੋ ਗਈ ਕਿਸੇ ਘਰ 'ਚ, ਤਾਂ ਉਹ ਘਰ ਵਾਲੇ ਨੂੰ ਇਹ ਨਹੀਂ ਸੀ ਫਿਕਰ ਹੁੰਦਾ ਵੀ ਖਾਣਾ ਕਿੱਥੋਂ ਆਊਗਾ, ਤਾਂ ਉਹ ਆਟੋਮੈਟਿਕ ਆਈ ਜਾਂਦਾ ਸੀ। ਅਜੇ ਵੀ ਹੈਗਾ। ਤੁਸੀਂ ਅੱਜ ਵੀ ਪਿੰਡ 'ਚ ਜ਼ਿਆਦਾ ਸਿਕਿਉਰ ਹੋ ਸ਼ਹਿਰ ਦੇ ਮੁਕਾਬਲੇ 'ਚ। ਤਾਂ ਉਹ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਮੈਂ ਸਮਝਦਾ ਕਿ ਜਿਹੜਾ ਕਾਰਨ ਹੈ, ਰੂਟ ਕਾਜ਼ ਹੈ ਮੈਂਟਲ ਸਿਕਨੈਸ ਦਾ, ਉਹਦਾ ਸਮਾਜ 'ਚ ਅਸੀਂ ਇੱਕ ਨਵਾਂ ਵਰਤਾਰਾ ਲੈ ਕੇ ਆਏ, ਆਈਨੈਸ ਦਾ। ਆਈਨੈਸ ਰੂਟ ਕਾਜ਼ ਹੈ ਇਲਨੈਸ ਦਾ। ਆਈ ਮੀਨਸ ਇਲਨੈਸ ਤੇ ਵੀ ਮੀਨਸ ਵੈਲਨੈਸ। ਇਹ ਬੜੀ ਸ਼ਾਰਟ ਐਬਰੀਵੇਸ਼ਨ ਬਣੀ ਹੋਈ ਹੈ। ਆਈ ਜਿੱਥੇ ਆ ਗਈ ਤਾਂ ਇਲਨੈਸ, ਜਿੱਥੇ ਵੀ ਆ ਗਈ ਤਾਂ ਵੈਲਨੈਸ। ਕਿਉਂਕਿ ਉਹਦੇ ਅੰਦਰ ਇਨਸਿਕਿਉਰਿਟੀ ਨਹੀਂ ਹੈ, ਉਹਦੇ ਅੰਦਰ ਕੋਈ ਤੁਹਾਨੂੰ ਚਿੰਤਾ ਨਹੀਂ ਹੈ, ਕੋਈ ਡਿਪਰੈਸ਼ਨ ਨਹੀਂ ਹੈ, ਕੁਛ ਨਹੀਂ ਹੈ। ਜੇ ਹੋਊਗਾ ਵੀ ਤਾਂ ਉਹ ਸਮਾਜ ਉਹਦਾ ਉਹਦੇ ਅਕੋਰਡਿੰਗਲੀ ਹੈਂਡਲ ਕਰ ਲੈਂਦਾ। ਤੋ ਇਹ ਜਿਹੜੀ ਔਰ ਆਈ ਕਿੱਥੋਂ ਹੈ ਆਈਨੈਸ? ਇਹ ਆਈਨੈਸ ਸਿਖਾਈ ਹੈ ਸਾਨੂੰ ਬਾਜ਼ਾਰ ਨੇ ਕਿ ਚੀਜ਼ਾਂ ਤੋਂ ਖੁਸ਼ੀ ਪ੍ਰਾਪਤ ਕਰਨੀ ਹੈ, ਰਿਸ਼ਤਿਆਂ ਤੋਂ ਨਹੀਂ, ਸਮਾਜ ਤੋਂ ਨਹੀਂ। ਆ ਵੀ ਲੈਣਾ ਮੈਨੂੰ ਆ ਵੀ ਦੇ ਦਿਓ, ਮੈਨੂੰ ਆ ਵੀ ਦੇ ਦਿਓ। ਤੁਸੀਂ ਅੱਜ ਦਾ ਬੱਚੇ ਨੂੰ ਪੁੱਛ ਕੇ ਦੇਖੋ, ਇਹ ਮੇਰਾ ਹੈ। ਹਾਂ, ਔਰ ਉਹ ਤੁਹਾਨੂੰ ਕੁਝ ਮਿਲੇ ਨਾ ਮਿਲੇ, ਤੁਸੀਂ ਰੋਟੀ ਖਾਈ ਨਹੀਂ ਖਾਈ, ਮੈਨੂੰ ਆਹ ਚੀਜ਼ ਲੈ ਕੇ ਦਿਓ। ਇਸ ਪੱਧਰ ਤੱਕ ਆ ਗਿਆ ਹੁਣ ਕਿ ਜੇ ਬੱਚੇ ਨੇ ਕਹਿ ਦਿੱਤਾ ਤਾਂ ਤੁਹਾਨੂੰ ਲੈ ਕੇ ਦੇਣਾ ਪਊਗਾ, ਨਹੀਂ ਤਾਂ ਬੱਚਾ ਜਿਹੜਾ ਘਰ 'ਚ ਐਸਾ ਹੰਗਾਮਾ ਖੜਾ ਕਰੂਗਾ, ਤੁਹਾਡੀ ਰੋਟੀ ਪੱਕਣੀ ਬੰਦ ਹੋ ਜਾਏਗੀ। ਇਹ ਕਿਹਨੇ ਕੀਤਾ ਸਟਰੋਂਗ ਹੈ? ਬਾਜ਼ਾਰ ਨੇ ਕੀਤਾ, ਜਿਹਨੇ ਆਪਣੀ ਚੀਜ਼ਾਂ ਵੇਚਣੀਆਂ ਨੇ। ਉਹ ਪਿਛਲੇ 50, 60, 70 ਸਾਲ 'ਚ ਵੈਸਟਰਨ ਕੰਟਰੀ 'ਚ ਕੋਈ 100, 150 ਸਾਲ ਦਾ ਵਰਤਾਰਾ, ਟੋਟਲ ਵਰਤਾਰਾ ਹੈਗਾ। ਜੇ ਆਪਾਂ ਲਾਉਂਗੇ ਤਾਂ 200 ਸਾਲ ਦਾ, 300 ਸਾਲ ਪੁਰਾਣਾ ਕੈਪੀਟਲਿਜ਼ਮ ਹੈ।
1700 ਸਦੀ ਸ਼ੁਰੂ ਹੋਇਆ ਸੀਗਾ ਤੇ 300 ਸਾਲ ਤੋਂ ਚੱਲਿਆ ਹੈ ਵਰਤਾਰਾ। ਤੇ ਜਿਹੜਾ ਕਲਾਈਮੈਕਸ ਆਇਆ ਉਹ 100 ਸਾਲ ਤੋਂ ਜ਼ਿਆਦਾ ਹੈ। ਪੱਛਮੀ ਮੁਲਕਾਂ 'ਚ ਲਾਓ ਦੋਸਤੋ 50 ਸਾਲ ਪਹਿਲਾਂ ਸੀਗਾ। ਜੋ ਕੁਝ ਪੱਛਮੀ ਮੁਲਕਾਂ 'ਚ ਵਾਪਰ ਚੁੱਕਿਆ ਅੱਜ, ਉਹ ਸਾਡੇ ਅੱਜ ਜਿਹੜਾ ਅੱਜ ਇੱਥੇ ਵਾਪਰ ਰਿਹਾ ਉੱਥੇ 50 ਸਾਲ ਪਹਿਲਾਂ ਵਾਪਰ ਚੁੱਕਿਆ। ਤਾਂ ਉਹ ਜਿਹੜੀ ਆਈਨੈਸ ਆਈ ਹੈ ਉਹ ਕਿਤੇ ਨਾ ਕਿਤੇ ਉਹਨੇ ਸਾਨੂੰ ਜਿਹੜਾ ਮੈਂ ਸੈਂਟਰ ਕੀਤਾ ਉਹਨੇ ਤੋੜਤਾ, ਰਿਸ਼ਤਿਆਂ ਨਾਲੋਂ ਤੋੜਤਾ, ਸਮਾਜ ਨਾਲੋਂ ਤੋੜਤਾ, ਇਨਸਿਕਿਉਰ ਕਰਤਾ ਤੁਹਾਨੂੰ ਹੁਣ ਮਤਲਬ ਜਿਹੜੀ ਉਹ ਤੁਸੀਂ ਜਦੋਂ ਤੁਹਾਡੇ ਉੱਪਰ ਭਾਰੂ ਹੋ ਜਾਂਦਾ ਤਾਂ ਤੁਸੀਂ ਸਿਰਫ ਸਾਰੀ ਚੀਜ਼ ਨੂੰ ਆਪਣੇ ਆਲੇ ਦੁਆਲੇ ਘੁਮਾਉਂਦੇ ਹੋ, ਤੁਹਾਨੂੰ ਦੂਜੇ ਦਿਖਣੇ ਹੀ ਬੰਦ ਹੋ ਗਏ ਆ। ਉਹ ਰਿਸ਼ਤਿਆਂ ਦੀ ਨਿੱਘ ਹੀ ਖਤਮ ਹੋ ਗਈ ਹੈ। ਉਹ ਕੋਈ ਨੈਚੁਰਲੀ ਖਤਮ ਨਹੀਂ ਹੋਈ, ਉਹ ਇੱਕ ਖਾਸ ਢੰਗ ਨਾਲ ਤੁਹਾਨੂੰ ਨਰਚਰ ਕੀਤਾ ਗਿਆ ਸਕੂਲ ਤੋਂ ਲੈ ਕੇ। ਤੁਹਾਡੀ ਪੜ੍ਹਾਈ ਲਿਖਾਈ ਸਾਰੀ ਜਿਹੜੀ ਆ ਉੱਦਾਂ ਦੀ ਕਰਤੀ ਗਈ ਆ ਕਿ ਮੈਂ ਸੈਂਟਰਿਕ ਹੈ, ਮੈਂ ਤੇ ਕੇਂਦਰਿਤ ਹੈ। ਇੱਕ ਬਹੁਤ ਵੱਡਾ ਜਿਹੜਾ ਵਰਤਾਰਾ ਇਹ ਵਾਪਰਿਆ ਜਿਹੜਾ ਸਾਡੇ ਸਮਾਜ ਚਾਲੇ ਵਾਲੇ, ਮੈਂ ਸਮਝਦਾ ਕਿ ਇਹ ਸਭ ਤੋਂ ਵੱਡੀ ਰੂਟ ਕਾਜ਼ ਹੈ। ਫਿਰ ਮੰਨ ਲਓ ਤੁਸੀਂ ਇਸ ਤੋਂ ਜੇਕਰ ਅੱਗੇ ਚੱਲੀਏ ਆਪਾਂ ਤਾਂ ਐਂਗਜ਼ਾਇਟੀ ਨੂੰ ਤੁਸੀਂ ਹੈਂਡਲ ਨਹੀਂ ਕਰ ਪਾਏ। ਇਹਨੂੰ ਹੈਂਡਲ ਕਰਨ ਲਈ ਸਾਡੇ ਪੁਰਖਿਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਸੀਗਾ। ਹੁਣ ਜੇ ਆਪਾਂ ਮੈਡੀਟੇਸ਼ਨ ਦੀ ਸਾਇੰਸ ਦੀ ਗੱਲ ਕਰੀਏ ਤਾਂ ਮੈਡੀਟੇਸ਼ਨ ਦੀ ਸਾਇੰਸ ਦੀ ਗੱਲ ਜਿਹੜੀ ਸਾਡੇ ਸਮਾਜ 'ਚ ਪੁਰਾਣੀ ਕਿੰਨੀ ਹੈ। ਮਹਾਤਮਾ ਬੁੱਧ ਤਾਂ ਰਿਕਾਰਡਡ ਹਿਸਟਰੀ ਹੈ ਕਿ ਉਹ ਮੈਡੀਟੇਸ਼ਨ ਸਿਖਾਉਂਦਾ ਸੀਗਾ। ਕਿੰਨੇ ਸਾਲ ਪਹਿਲਾਂ ਸੀਗਾ? 700 ਸਮਥਿੰਗ BC, ਯਾਨੀ ਕਿ 2000 ਹੁਣ ਹੋ ਗਏ ਤੇ 700 ਲੱਗ 3000 ਸਾਲ ਪਹਿਲਾਂ ਸਾਡੇ ਕੰਟਰੀ ਦੇ ਅੰਦਰ 3000 ਸਾਲ ਪੁਰਾਣੀ ਮੈਡੀਟੇਸ਼ਨ ਸਿਖਾਉਣ ਦੀ ਪਰੰਪਰਾ ਹੈ। ਲੇਕਿਨ ਕੀ ਆਮ ਬੰਦੇ ਨੂੰ ਮੈਡੀਟੇਸ਼ਨ ਦੀ ਸਮਝ ਹੈ? ਅੱਜ ਵੀ ਨਹੀਂ ਹੈ। ਜਿਹੜੀ ਸਾਨੂੰ ਸਿਖਾਉਣ ਦੀ ਲੋੜ ਸੀਗੀ, ਬੱਚੇ ਨੂੰ ਸਿਖਾਉਣ ਦੀ ਲੋੜ ਸੀ ਵੀ ਮਹਾਤਮਾ ਬੁੱਧ ਜਦ 700 ਸੈਂਚੁਰੀ BC 'ਚ ਵੀ ਮੈਡੀਟੇਸ਼ਨ ਸਿਖਾਉਂਦਾ ਸੀਗਾ, ਔਰ ਮੈਡੀਟੇਸ਼ਨ ਨਹੀਂ ਸਿਖਾਉਂਦਾ, ਉਹ ਕਹਿੰਦਾ ਸੀ ਮੈਂ ਵੈਦ ਹਾਂ। ਮਹਾਤਮਾ ਬੁੱਧ ਕਹਿੰਦਾ ਮੈਂ ਵੈਦ ਹਾਂ, ਮੈਂ ਤੁਹਾਨੂੰ ਰਸਤਾ ਦਿਖਾਊਂਗਾ ਕਿੱਦਾਂ ਸਿਹਤਮੰਦ ਰਹਿਣਾ ਤੇ ਸਮਾਜ ਕਿੱਦਾਂ ਸਿਹਤਮੰਦ ਕਰਨਾ। ਓਪਨਲੀ ਕਹਿੰਦਾ ਸੀ ਕਿ ਮੈਂ ਵੈਦ ਹਾਂ। ਤਾਂ ਉਹ ਮੈਡੀਟੇਸ਼ਨ ਸਿਖਾਉਂਦਾ ਸੀਗਾ, ਸਾਰਾ ਸੁਣਦਾ ਸੀ ਲਗਾਤਾਰ। ਮਹਾਤਮਾ ਬੁੱਧ 40-45 ਸਾਲ ਬੋਲਿਆ, 40-45 ਸਾਲ ਲਗਾਤਾਰ ਬੋਲਿਆ ਇਸ ਇਹਨਾਂ ਮੁੱਦਿਆਂ ਦੇ ਉੱਪਰ। ਕੀ ਮਹਾਤਮਾ ਬੁੱਧ ਨੂੰ ਜਾਂ ਮਹਾਤਮਾ ਬੁੱਧ ਤੋਂ ਬਾਅਦ ਜਿਹੜੇ ਸਾਡੇ ਉਪਨਿਸ਼ਦ ਹੋਏ ਆ, ਉਪਨਿਸ਼ਦਾਂ ਦੀ ਜਿਹੜੀ ਉਪਨਿਸ਼ਦ ਉਸ ਤੋਂ ਵੀ ਪੁਰਾਣੇ ਆ। ਹੁਣ ਉਪਨਿਸ਼ਦਾਂ ਦੇ ਵਿੱਚ ਵੀ ਇੱਦਾਂ ਦੀਆਂ ਰੈਫਰੈਂਸਿਸ ਹੈਗੀਆਂ ਨੇ। ਤਾਂ ਮਤਲਬ ਮਹਾਤਮਾ ਬੁੱਧ ਤਾਂ ਇੱਕ ਰਿਕਾਰਡਡ ਹਿਸਟਰੀ ਹੈ ਨਾ ਕਿ ਉਹ ਮੈਡੀਟੇਸ਼ਨ ਕਹਿ ਕੇ ਸਿਖਾਉਂਦਾ ਸੀਗਾ। ਔਰ 500 ਸੈਂਚੁਰੀ BC ਤਾਂ ਪਹਿਲਾਂ ਮੈਡੀਟੇਸ਼ਨ ਹਾਲ ਖੁੱਲ੍ਹ ਗਿਆ ਸੀਗਾ। ਇਹ ਕਿਹੜੇ ਕੰਟਰੀ 'ਚ ਖੁੱਲ੍ਹਿਆ ਪਿਆ? ਸਭ ਤੋਂ ਪਹਿਲਾਂ ਕਿਸੇ ਕੰਟਰੀ 'ਚ ਖੁੱਲ੍ਹਿਆ ਸੀ। ਸਭ ਤੋਂ ਪਹਿਲਾਂ ਸਿੰਗਾਪੁਰ 'ਚ ਸਭ ਤੋਂ ਪਹਿਲਾਂ ਮੈਡੀਟੇਸ਼ਨ ਹਾਲ ਖੁੱਲ੍ਹਿਆ 500 ਸੈਂਚੁਰੀ BC 'ਚ 2500 ਸਾਲ ਪਹਿਲਾਂ। ਜਿਸ ਸਮਾਜ ਦੀ ਇੰਨੀ ਅਮੀਰੀ ਹੋਵੇ, ਉਹ ਸਮਾਜ ਵੈਸਟ ਦੀ ਜਿਹੜੀ ਪਦਾਰਥਕ ਚਕਾਚੌਂਧ ਹੈ ਉਹਦੇ 'ਚ ਰੁਲ ਗਿਆ। ਆਪਣੀ ਅਮੀਰੀ ਛੱਡ ਕੇ ਇੱਕ ਖਾਸ ਕਿਸਮ ਦੀ ਅਮੀਰੀ ਨੂੰ ਅਡਾਪਟ ਕਰ ਲਿਆ ਉਹਨੇ, ਜਿਸ 'ਚ ਪਦਾਰਥਾਂ ਦਾ ਸਾਰਾ ਜਮਘਟ ਹੈ। ਉਹਦੇ 'ਚ ਤੁਹਾਡਾ ਜਿਹੜਾ ਸਮਾਜ ਹੈ, ਤੁਹਾਡੇ ਰਿਸ਼ਤੇ ਨੇ, ਤੁਹਾਡੀ ਕਮਿਊਨਿਟੀ ਹੈ, ਉਹ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਗਈ। ਤਾਂ ਇਸ ਕਿਸਮ ਦੇ ਜਿਹੜੇ ਰੂਟ ਕਾਜ਼ਸ ਨੇ, ਮੈਂ ਸਮਝਦਾ ਕਿ ਉਹ ਜ਼ਿਆਦਾ ਜਿਹੜੇ ਜ਼ਿੰਮੇਵਾਰ ਨੇ ਕਿ ਅਸੀਂ ਉਹ ਪਰੰਪਰਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਿਖਾਈਏ ਕਿ ਅਸੀਂ ਐਂਗਜ਼ਾਇਟੀ ਨੂੰ ਮੰਨ ਲਓ ਐਨਾਲਾਈਜ਼ ਕਿਉਂ ਨਹੀਂ ਕਰ ਸਕਦੇ। ਐਂਗਜ਼ਾਇਟੀ ਹੋਏਗੀ, ਐਂਗਜ਼ਾਇਟੀ ਨੇਚਰ ਦੀ ਗਿਫਟ ਹੈ। ਐਂਗਜ਼ਾਇਟੀ ਦਾ ਮਤਲਬ ਹੈ ਕਿ ਤੁਹਾਨੂੰ ਕੋਈ ਕੰਮ ਨਾਰਮਲ ਸਪੀਡ ਤੋਂ ਵੱਧ ਸਪੀਡ 'ਤੇ ਕਰਨਾ ਹੈ, ਉਹਦੇ ਵਾਸਤੇ ਐਂਗਜ਼ਾਇਟੀ ਤੁਹਾਡਾ ਟੂਲ ਹੈ। ਲੇਕਿਨ ਤੁਸੀਂ ਇਹਨੂੰ ਹੈਂਡਲ ਨਹੀਂ ਕਰ ਪਾਏ ਕਿਉਂਕਿ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਡਿਫਰੈਂਟ ਟਾਈਪ ਦੀ ਸੀਗੀ, ਜਿਹੜੀ ਨੂੰ ਹੈਂਡਲ ਕਰਨਾ ਸਿਖਾਉਂਦੀ ਨਹੀਂ ਹੈ ਬੱਚੇ ਨੂੰ। ਲੇਕਿਨ ਸਾਡੀ ਪਰੰਪਰਾ ਸਿਖਾਉਂਦੀ ਸੀਗੀ। ਹਾਂਜੀ, ਉਹਨੂੰ ਹੁਣ ਸਿੱਖੀ ਅਸੀਂ ਮੈਡੀਟੇਸ਼ਨ ਦੇ ਵਿੱਚ ਜਾ ਕੇ। ਤਾਂ ਬਹੁਤ ਹੀ ਕਮਾਲ ਦੀ ਤਰੀਕੇ ਨਾਲ ਤੁਸੀਂ ਕਦੇ ਆਪਣੀ ਮੈਡੀਟੇਸ਼ਨ ਕਰਕੇ ਦੇਖੋਗੇ ਤਾਂ ਮੈਡੀਟੇਸ਼ਨ ਦੇ ਉੱਪਰ ਜਿਹੜੀ ਲਾਸਟ ਅਸੀਂ ਚੀਜ਼ ਕਰਦੇ ਹਾਂ, ਥਾਟ ਵਿਟਨੈਸਿੰਗ ਦੇ ਅੰਦਰ ਜਦੋਂ ਤੁਸੀਂ ਜਾਓਗੇ ਤਾਂ ਜਿਹੜਾ ਬੰਦਾ ਐਂਗਜ਼ਾਇਟੀ ਤੋਂ ਪੀੜਤ ਹੈ ਉਹਦੇ ਅੰਦਰ ਉਹ ਸਭ ਤੋਂ ਪਹਿਲਾ ਥਾਟ ਕਿਹੜਾ ਆਏਗਾ? ਸੇਮ ਥਾਟ ਆਏਗਾ ਜਿਹੜਾ ਉਹ ਐਂਗਜ਼ਾਇਟੀ ਦੇ ਰਿਹਾ। ਹੁਣ ਜਦੋਂ ਉਹ ਥਾਟ ਆਏਗਾ ਤਾਂ ਉਸ ਥਾਟ ਦੇ ਉੱਪਰ ਚਰਨਿੰਗ ਪ੍ਰੋਸੈਸ ਹੋਏਗਾ, ਵਧਾਉਣੀ ਪਏਗੀ।
ਵਧਾਉਣੀ ਪਏਗੀ ਤਾਂ ਥਾਟ ਜਿਹੜਾ ਪਹਿਲਾਂ ਹੌਚ ਪੌਚ ਸੀਗਾ, ਮਤਲਬ ਚਿੰਤਾ ਤੋਂ ਚਿੰਤਾ ਰੋਗ ਬਣਨਾ ਦੀ ਪ੍ਰਕਿਰਿਆ ਜਿਹੜੀ ਹੈ ਕੀ ਹੈ ਕਿ ਉਹ ਥਾਟ ਦਾ ਹੌਚ ਪੌਚ ਹੋ ਜਾਣਾ, ਉਹਨੂੰ ਆਰਗੇਨਾਈਜ਼ ਨਾ ਰਹਿਣਾ। ਜੇ ਉਸੇ ਥਾਟ ਨੂੰ ਅਸੀਂ ਆਰਗੇਨਾਈਜ਼ ਕਰ ਲੈਂਦੇ ਤਾਂ ਸਾਡੀ ਸ਼ਕਤੀ ਬਣ ਜਾਣਾ ਸੀਗਾ। ਉਸੇ ਥਾਟ ਨੂੰ ਅਸੀਂ ਹੈਂਡਲ ਨਹੀਂ ਕਰ ਪਾਇਆ ਤੇ ਹੌਚ ਪੌਚ ਹੋ ਗਿਆ, ਤਕੜ ਦੁਗੜਾ ਹੋ ਗਿਆ, ਤਾਂ ਉਹ ਰੋਗ ਬਣ ਗਿਆ। ਹੁਣ ਮੈਡੀਟੇਸ਼ਨ ਦੀ ਪ੍ਰਕਿਰਿਆ ਕੀ ਕਹਿੰਦੀ ਹੈ, ਵਾਈਬ੍ਰੇਸ਼ਨਲ ਮੈਡੀਸਨ ਦਾ ਪਾਰਟ ਮੈਡੀਟੇਸ਼ਨ ਹੈ। ਜਿਹੜੀ ਆਪਾਂ ਵਾਈਬ੍ਰੇਸ਼ਨ ਮੈਡੀਸਨ ਦੀ ਗੱਲ ਕਰ ਰਹੇ ਸੀਗੇ, ਵਾਈਬ੍ਰੇਸ਼ਨਲ ਮੈਡੀਸਨ ਦਾ ਪਾਰਟ ਜਿਹੜੀ ਆ ਉਹ ਕਿਤੇ ਨਾ ਕਿਤੇ ਉਹ ਆਪਾਂ ਹੈਂਡਲ ਕਰ ਸਕਦੇ ਹਾਂ ਉਹਦੇ ਨਾਲ। ਇੱਦਾਂ ਹੀ ਡਿਪਰੈਸ਼ਨ ਦਾ, ਕਿ ਡਿਪਰੈਸ਼ਨ ਤੁਸੀਂ ਜਿਹੜੀ ਹੈ, ਡਿਪਰੈਸ਼ਨ ਦਾ ਕੀ ਐਂਜ਼ਾਇਟੀ ਦਾ ਕੀ ਮਤਲਬ ਹੈ? ਐਂਜ਼ਾਇਟੀ ਦਾ ਮਤਲਬ ਹੈ ਕਿ ਜਿਹੜੀ ਪ੍ਰਕਿਰਿਆ ਐਂਜ਼ਾਇਟੀ ਦੀ ਹੈ ਉਹ ਤੁਹਾਨੂੰ ਲੈ ਕੇ ਜਾਣਾ ਚਾਹੁੰਦੀ ਸੀ ਕਿਸੇ ਖਾਸ ਦਿਸ਼ਾ 'ਚ, ਲੇਕਿਨ ਉਹ ਹੌਚ ਪੌਚ ਹੋ ਗਈ, ਤੁਸੀਂ ਜਾ ਨਹੀਂ ਸਕੇ ਤੇ ਤੁਸੀਂ ਉਹਨੂੰ ਹਾਈਪਰ ਹੋਈ ਜਾ ਰਹੇ ਹੋ ਫਾਲਤੂ ਦੇ। ਜੇ ਤੁਸੀਂ ਉਹਨੂੰ ਆਰਗੇਨਾਈਜ਼ ਕਰ ਲਓ ਤਾਂ ਉਹ ਤੁਹਾਨੂੰ ਤੁਹਾਡੀ ਤਾਕਤ ਬਣ ਜਾਏਗੀ। ਡਿਪਰੈਸ਼ਨ ਜਿਹੜੀ ਹੈ ਉਸ ਤੋਂ ਉਲਟ ਹੈ। ਡਿਪਰੈਸ਼ਨ ਤੁਹਾਡੀ ਬਾਡੀ ਜਾਂ ਤੁਹਾਡੀ ਕਾਸਮਿਕ ਕੌਨਸ਼ੀਅਸਨੈਸ ਤੁਹਾਨੂੰ ਮੈਸੇਜ ਦੇ ਰਹੀ ਹੈ ਕਿ ਤੇਰਾ ਪਾਥ ਗਲਤ ਹੈ, ਯੂ ਆਰ ਗੋਇੰਗ ਇਨ ਦ ਰੋਂਗ ਪਾਥ, ਕਮ ਬੈਕ। ਜਦੋਂ ਕਮ ਬੈਕ ਦਾ ਮੈਸੇਜ ਮਿਲਦਾ ਹੈ ਉਹ ਡਿਪਰੈਸ਼ਨ ਕਰਦਾ, ਉਹਨੂੰ ਅੱਗੇ ਵਧਣ ਨਹੀਂ ਦਿੰਦਾ। ਦੈਟ ਕਾਜ਼ਸ ਡਿਪਰੈਸ਼ਨ। ਅਸੀਂ ਉਹਨੂੰ ਸੁਣਦੇ ਨਹੀਂ ਹਾਂ ਕਿ ਕਮ ਬੈਕ ਕਿਉਂ ਹੋ ਰਿਹਾ ਸਾਡਾ, ਕਿਉਂਕਿ ਉਹ ਜੋ ਸਾਡੇ ਮਨ ਥਾਟ ਚੱਲ ਰਿਹਾ ਉਹ ਥਾਟ ਹੀ ਠੀਕ ਨਹੀਂ ਹੈ। ਉਹ ਥਾਟ ਨੂੰ ਅਗਰ ਅਸੀਂ ਠੀਕ ਕਰ ਲਈਏ ਤਾਂ ਕੀ ਹੋਏਗਾ ਕਿ ਉਹਦਾ ਥੋੜਾ ਥਾਟ ਡਰਪ ਹੋ ਜਾਏਗਾ, ਉਹ ਜਿਹੜਾ ਰਸਤਾ ਛੱਡ ਦੇਗਾ ਮਾਈਂਡ। ਤਾਂ ਇਹ ਕਿਤੇ ਨਾ ਕਿਤੇ ਆਪਾਂ ਜਿਹੜੀ ਪ੍ਰੋਸੈਸ ਹੈ ਥਾਟਸ ਨੂੰ ਹੈਂਡਲ ਕਰਨ ਦੀ, ਉਹ ਬਜਾਏ ਅਸੀਂ ਆਪਣੀ ਸਿਵਲਾਈਜੇਸ਼ਨ ਦੇ ਜਿਹੜੇ ਤਰੀਕੇ ਸੀ ਉਹਨੂੰ ਯੂਜ਼ ਕਰਨ ਦੀ ਬਜਾਏ ਅਸੀਂ ਦਵਾਈਆਂ ਖਾਣੀਆਂ ਸ਼ੁਰੂ ਕਰਤੀਆਂ। ਐਂਗਜ਼ਾਇਟੀ ਹੈ ਤਾਂ ਐਂਗਜ਼ਾਇਟੀ ਦੀ ਦਵਾਈ ਖਾ ਲਓ, ਟ੍ਰੈਂਕੁਲਾਈਜ਼ਰ ਖਾ ਲਓ, ਜੇ ਡਿਪਰੈਸ਼ਨ ਹੈ ਤਾਂ ਡਿਪਰੈਸ਼ਨ ਦੀ ਦਵਾਈ ਖਾ ਲਓ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਅਸੀਂ ਉਲਝ ਗਏ। ਸੋ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਮੈਂ ਸਮਝਦਾ ਉਹ ਠੀਕ ਨਹੀਂ ਹੈ। ਉਹਨੂੰ ਸਾਨੂੰ ਲੋੜ ਹੈ ਕਿ ਹੁਣ ਅਸੀਂ ਇੱਕ ਤਾਂ ਉਲਝੇ ਹੋਏ ਹਾਂ ਕਿ ਅਸੀਂ ਦੂਜਾ ਇੱਕ ਹੋਰ ਫੈਕਟਰ ਜਿਹੜਾ ਮੈਂ ਸਮਝਦਾ ਕਿ ਇਹਦੇ 'ਚ ਕੰਸੀਡਰ ਕਰਨਾ ਚਾਹੀਦਾ ਕਿ ਅੱਜ ਸਮਾਜ ਦੇ ਵਿੱਚ ਦੋ ਤਾਕਤਾਂ ਨੇ। ਇੱਕ ਪਾਸੇ ਸਮਾਜ ਹੈ, ਇੱਕ ਪਾਸੇ ਸਟੇਟ ਹੈ। ਸਟੇਟ ਦੇ ਹਿੱਤ ਤੇ ਸਮਾਜ ਦੇ ਹਿੱਤ ਕਲੈਸ਼ ਕਰ ਰਹੇ ਆ। ਸਮਾਜ ਜਿਹੜਾ ਹੈ ਉਹ ਲੋਕਾਂ ਨਾਲ ਖੜਾ, ਲੋਕਾਂ ਦੇ ਹਿੱਤਾਂ ਨਾਲ ਬੱਝਿਆ ਹੋਇਆ। ਸਟੇਟ ਜਿਹੜੀ ਹੈ ਕੁਝ ਚੰਦ ਲੋਕਾਂ ਦੇ ਹਿੱਤਾਂ ਨਾਲ ਖੜੀ ਹੈ। ਸਟੇਟ ਦੇ ਮਤਲਬ ਸਟੇਟ ਦੇ ਜਿਹੜੇ ਟੂਲਸ ਨੇ ਸਟੇਟ ਦੇ, ਉਹ ਪੁਲਿਸ ਹੈ, ਆਰਮੀ ਹੈ, ਉਹ ਪਾਰਲੀਮੈਂਟ ਹੈ, ਉਹ MLA ਨੇ, ਮਿਨਿਸਟਰ ਨੇ, ਸਰਕਾਰਾਂ ਨੇ, ਪੁਲਿਸ ਹੈ, CID ਹੈ, ਐਗਜ਼ੀਕਿਊਟਿਵ ਹੈ, ਜੁਡੀਸ਼ਰੀ ਹੈ। ਇਹ ਸਾਰੇ ਸਟੇਟ ਦੇ ਅੱਡ ਸੰਸਥਾਵਾਂ ਨੇ। ਸਟੇਟ ਜਿਹੜੀ ਹੈ ਉਹ ਕੁਛ ਲੋਕਾਂ ਦੇ ਹਿੱਤਾਂ ਨਾਲ ਖੜੀ ਹੈ, ਚੁਣਵੇਂ ਲੋਕਾਂ ਦੇ ਹਿੱਤਾਂ ਨਾਲ, ਜਿਹਨਾਂ ਕੋਲ ਕਿ ਸਾਧਨਾਂ ਦੀ, ਜਿਨ੍ਹਾਂ ਨੇ ਸਾਧਨ ਆਪਣੇ ਕਬਜ਼ੇ 'ਚ ਕਰ ਲਏ। ਕਿਉਂਕਿ ਉਹ ਸਾਧਨ ਉਹਨਾਂ ਦੇ ਕਬਜ਼ੇ 'ਚ ਹੈ, ਤਾਂ ਉਹ ਬਹੁਤ ਕੁਛ ਪੈਸਾ ਖਰਚ ਕੇ ਸਟੇਟ ਦੇ ਅੱਡ ਜਿਹੜੇ ਵਰਤਾਰੇ ਨੇ, ਅੱਡ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਦਬਦਬਾ ਬਣਾ ਲਿਆ। ਤਾਂ ਸਟੇਟ ਤੇ ਸਮਾਜ ਦੇ ਇੰਟਰਸਟ ਕਲੈਸ਼ ਕਰ ਰਹੇ ਆ। ਜਦੋਂ ਸਟੇਟ ਤੇ ਸਮਾਜ ਦੇ ਇੰਟਰਸਟ ਕਲੈਸ਼ ਕਰਦੇ ਆ ਤਾਂ ਉੱਥੇ ਸਟੇਟ ਦਾ ਕੋਈ ਹਿੱਤ ਨਹੀਂ ਹੈ ਕਿ ਤੁਹਾਨੂੰ ਹੈਲਦੀ ਰੱਖੇ। ਸਟੇਟ ਦਾ ਹਿੱਤ ਸਿਰਫ ਤੁਹਾਨੂੰ ਵਪਾਰ ਬਣਾਉਣਾ, ਕਿਉਂਕਿ ਜਿਨ੍ਹਾਂ ਲੋਕਾਂ ਨਾਲ ਸਟੇਟ ਖੜੀ ਹੈ ਉਹ ਵਪਾਰੀ ਨੇ। ਤਾਂ ਸਟੇਟ ਵਪਾਰੀਆਂ ਦੀ ਨੁਮਾਇੰਦਾ ਹੋ ਗਈ ਆ, ਜਿਨ੍ਹਾਂ ਨੇ ਤੁਹਾਡੀ ਕਾਸਟ 'ਤੇ ਵਪਾਰ ਕਰਨਾ। ਸੋ ਇਸ ਕਰਕੇ ਸਟੇਟ ਨੂੰ ਕੋਈ ਇੰਟਰਸਟ ਨਹੀਂ ਹੈ ਕਿ ਤੁਸੀਂ ਹੈਲਦੀ ਰਹੋ। ਇਹ ਸਮਾਜ ਦਾ ਹਿੱਤ ਹੈ ਕਿ ਉਹਨੂੰ ਹੈਲਦੀ ਰੱਖਣਾ। ਸੋ ਸਮਾਜ ਦੇ ਸਾਨੂੰ ਅਲੱਗ-ਅਲੱਗ ਜਿਹੜੀਆਂ ਸੰਸਥਾਵਾਂ ਖੜੀਆਂ ਕਰਨੀਆਂ ਪੈਣਗੀਆਂ। ਸਮਾਜ ਨੂੰ ਆਰਗੇਨਾਈਜ਼ ਕਰਨਾ ਪਏਗਾ ਕਿ ਉਹ ਆਪਣੇ ਆਪ ਨੂੰ ਕਿਵੇਂ ਹੈਲਦੀ ਰੱਖਦਾ। ਸਟੇਟ ਨਹੀਂ ਰੱਖੇਗੀ। ਇਹ ਗੱਲ ਪਿਛਲੇ 2 ਸਾਲ ਦਾ ਜਿਹੜਾ ਵਰਤਾਰਾ ਅਸੀਂ ਦੇਖਿਆ ਉਹਦਾ ਬਿਲਕੁਲ ਸਪਸ਼ਟ ਹੈ ਕਿ ਕਿਵੇਂ ਸਟੇਟ ਦੇ ਹਿੱਤ ਕਿੱਥੇ ਨੇ ਤੇ ਸਾਡੇ ਸਮਾਜ ਦੇ ਕਲੈਕਟਿਵ ਹਿੱਤ ਕਿੱਥੇ ਨੇ। ਉਹ ਪਿਛਲੇ 2 ਸਾਲ ਦਾ ਜਿਹੜਾ ਜੋ ਅਸੀਂ ਭੁਗਤ ਕਰੀਏ ਅਸੀਂ ਉਹ ਬਿਲਕੁਲ ਕਲੀਅਰ ਹੈ। ਸੋ ਇਹ ਵੀ ਸਾਨੂੰ ਚੇਤਨ ਰਹਿਣਾ ਚਾਹੀਦਾ ਕਿ ਸਟੇਟ ਦਾ ਜਿਹੜਾ ਵਰਤਾਰਾ ਉਹਨੂੰ ਅਸੀਂ ਸਮਝੀਏ। ਤੇ ਸਟੇਟ ਜੇ ਸਾਨੂੰ ਕੋਈ ਮਿਸਲੀਡ ਕਰਕੇ ਕਿਸੇ ਖਾਸ ਥਾਂ 'ਤੇ ਲਿਜਾਂਦੀ ਹੈ, ਚਾਹੇ ਉਹ ਦਵਾਈਆਂ ਦੇਣ ਦੇ ਮਾਮਲੇ 'ਚ ਹੈ, ਚਾਹੇ ਉਹ ਟੀਕੇ ਲਾਉਣ ਦੇ ਮਾਮਲੇ 'ਚ ਹੈ, ਜਾਂ ਕੋਈ ਵੀ ਹੋਰ ਵਰਤਾਰਾ ਜਿਹੜਾ ਸਿਹਤ ਨਾਲ ਜੁੜਿਆ ਹੋਇਆ ਉਹਦੇ 'ਚ ਹੈ, ਤਾਂ ਅਸੀਂ ਸਮਾਜ ਦੇ ਆਪਣੇ ਇੰਡੀਪੈਂਡੈਂਟ ਸੋਚ ਤੇ ਇੰਡੀਪੈਂਡੈਂਟ ਉਹਦੀ ਤਾਕਤ ਜਿਹੜੀ ਖੜੀ ਕਰਨੀ ਕਿ ਸਮਾਜ ਕਾਮਨ ਮੈਨ ਦਾ ਪ੍ਰੋਟੈਕਟਰ ਬਣ ਕੇ ਖੜਾ ਹੋਵੇ।
ਹੋ ਸਕੇ, ਪਾਵਰਫੁਲ, ਬਰਾਬਰ ਦੀ ਧਿਰ ਬਣ ਸਕੇ। ਅੱਜ ਸਮਾਜ ਬਹੁਤ ਵੀਕ ਰਹਿ ਗਿਆ, ਸਟੇਟ ਬਹੁਤ ਸਟਰੋਂਗ ਹੋ ਗਈ ਆ, ਤਾਂ ਲੇਕਿਨ ਸਟੇਟ ਦਾ ਕੋਈ ਹਿੱਤ ਨਹੀਂ ਹੈ ਤੁਹਾਨੂੰ ਉਹ ਮੈਂਟਲੀ ਹੈਲਦੀ ਰੱਖੇ ਜਾਂ ਫਿਜ਼ੀਕਲੀ ਹੈਲਦੀ ਰੱਖੇ। ਸੋ ਉਹ ਵਰਤਾਰਾ ਵੀ ਮੈਂ ਸਮਝਦਾ ਕਿ ਸਮਾਜ ਨੂੰ ਸਮਝਣਾ ਬੇहद ਜ਼ਰੂਰੀ ਹੈ। ਡਾਕਟਰ ਸਾਹਿਬ, ਵਾਈਬ੍ਰੇਸ਼ਨ ਐਜ਼ ਏ ਹੀਲਿੰਗ ਥੋੜ੍ਹਾ ਜਿਹਾ ਦੱਸੋਗੇ ਹੁਣ ਇਸ ਨੂੰ ਆਪਾਂ ਮਤਲਬ ਵਾਈਬ੍ਰੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ, ਤਾਂ ਕਿ ਆਪਾਂ ਫਿਰ ਅੱਗੇ ਆਵਾਂਗੇ ਵੀ ਉਹਦੇ ਨਾਲ ਹੀਲ ਕਿਵੇਂ ਕਰਨਾ, ਉਹ ਅਗਲੇ ਪਾਰਟ 'ਚ ਆਪਾਂ ਕਰ ਲਵਾਂਗੇ। ਦੇਖੋ ਇਹਦੇ ਜਿਹੜੇ ਮਾਨਸਿਕ ਸਿਹਤ ਦਾ ਜਿਹੜਾ ਮੁੱਦਾ ਹੈਗਾ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਜੋ ਟ੍ਰੈਡੀਸ਼ਨਲ ਸਾਈਕੈਟ੍ਰਿਸਟ ਡੀਲ ਕਰ ਰਿਹਾ ਉਹਨੂੰ ਆਪਾਂ ਕਿਉਰ ਨਹੀਂ ਕਹਿ ਸਕਦੇ, ਉਹ ਪੈਲੀਏਸ਼ਨ ਹੈ ਯਾਨੀ ਕਿ ਉਹਨੂੰ ਸਕੂਨ ਜਿਹਾ ਦੇ ਦਿੰਦਾ। ਸੋ ਕਿਉਰ ਤੇ ਪੈਲੀਏਸ਼ਨ ਦੋ ਤੇ ਵੀ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ ਵੀ ਕੀ ਜੋ ਅਸੀਂ ਕਰ ਰਹੇ ਹਾਂ ਉਹ ਸਾਡੀ ਸਮੱਸਿਆ ਨੂੰ ਹੱਲ ਕਰ ਰਿਹਾ, ਜੜ ਤੋਂ ਹੱਲ ਕਰ ਰਿਹਾ, ਕਿ ਸਿਰਫ ਪੈਲੀਏਟ ਕਰ ਰਿਹਾ। ਤੁਸੀਂ ਪਾਓਗੇ ਚਾਹੇ ਉਹ ਫਿਜ਼ੀਕਲ ਹੈਲਥ ਹੈ ਚਾਹੇ ਉਹ ਮੈਂਟਲ ਹੈਲਥ ਹੈ, ਸਾਡਾ ਜਿਹੜਾ ਅੱਜ ਦਾ ਮੌਜੂਦਾ ਸਿਸਟਮ ਹੈ ਉਹ ਪੈਲੀਏਸ਼ਨ ਕਰਦਾ ਕਿ ਤੁਹਾਨੂੰ ਜਸਟ ਡੰਗ ਟਪਾਊ ਕੰਮ ਕਰਦਾ ਕਿ ਤੁਸੀਂ ਚੱਲਦੇ ਫਿਰਦੇ ਰਹੋ, ਕੰਮ ਕੁਮ ਜਿਹਾ ਕਰੀ ਜਾਓ, ਕੰਡਮ ਨਾ ਹੋ ਜਾਓ, ਬਹਿ ਨਾ ਜਾਓ, ਬਸ ਇੰਨਾ ਖਿਆਲ ਰੱਖਦਾ। ਉਹ ਜਿੰਨਾ ਸੰਭਵ ਹੈ ਉਹ ਜਿਹੋ ਜਿਹੇ ਟੂਲ ਤੋਂ ਕੱਢੇ ਆ ਉਹਨਾਂ ਕੀ ਉਹਦਾ ਰੋਲ ਹੈ, ਅਤੇ ਉਹ ਆਪਾਂ ਦੇਖਦੇ ਹਾਂ ਕਿ ਕਿੱਦਾਂ ਉਹ ਨਾ ਕਾਫੀ ਹੈ। ਸਿਰਫ ਨਾ ਕਾਫੀ ਨਹੀਂ, ਉਹਦੇ ਆਪਣੇ ਸਾਈਡ ਇਫੈਕਟਸ, ਉਹਦੀ ਆਪਣੀ ਜਿਹੜੇ ਦੁਸ਼ਪ੍ਰਭਾਵ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਨੇ। ਚਾਹੇ ਉਹ ਫਿਜ਼ੀਕਲ ਹੈਲਥ ਦੀ ਗੱਲ ਹੈ, ਚਾਹੇ ਸ਼ੂਗਰ ਦੀਆਂ ਦਵਾਈਆਂ ਦੀ ਗੱਲ ਹੈ, ਜਾਂ BP ਦੀਆਂ ਦਵਾਈਆਂ ਦੀ ਗੱਲ ਹੈ, ਜਾਂ ਕੈਂਸਰ ਦੇ ਇਲਾਜ ਦੀ ਗੱਲ ਹੈ, ਜਾਂ ਮੈਂਟਲ ਹੈਲਥ ਦੀ ਗੱਲ ਹੈ। ਦੂਜਾ ਜਿਹੜਾ ਪੱਖ ਹੈ ਜਿਹਨੂੰ ਕਿ ਵਿਕਸਿਤ ਕਰਨਾ ਚਾਹੀਦਾ ਕਿ ਜੜ 'ਤੇ ਕੰਮ ਕਰੀਏ ਆਪਾਂ। ਜੜ ਆਪਾਂ ਦੇਖੀਏ ਦੋ ਥਾਵਾਂ 'ਤੇ, ਇੱਕ ਤਾਂ ਹੈ ਕਿ ਸਮਾਜ ਦੇ ਵਿੱਚ ਵੀਨੈਸ ਬਿਲਡ ਕਰਨੀ, ਉਹ ਸਮਾਜ ਬਿਲਡ ਕਰਨਾ ਜਿਹੜਾ ਕਿ ਅਸੀਂ ਤੇ ਨਿਰਭਰ ਹੈ। ਉਹ ਅਸੀਂ ਦੀ ਗੱਲ ਆਪਾਂ ਪਿਛਲੀਆਂ ਵੀਡੀਓਜ਼ ਕਰ ਚੁੱਕੇ ਹਾਂ ਕਿ ਉਹ ਅਸੀਂ ਕਿੱਡੀ ਵੱਡੀ ਹੈ। ਮੈਂ ਤੋਂ ਬਾਹਰ ਫੌਰੀ ਬਾਅਦ ਮੇਰੀ ਵੀਨੈਸ ਮੇਰਾ ਪਰਿਵਾਰ ਹੈ, ਫਿਰ ਆਪਣਾ ਮਹੱਲਾ ਹੈ, ਫਿਰ ਪਿੰਡ ਹੈ, ਫਿਰ ਜ਼ਿਲ੍ਹਾ ਹੈ, ਫਿਰ ਸਟੇਟ ਹੈ, ਫਿਰ ਕੰਟਰੀ ਹੈ, ਫਿਰ ਪੂਰੀ ਦੁਨੀਆ ਹੈ, ਹਿਊਮੈਨਿਟੀ ਹੈ, ਫਿਰ ਪੂਰੀ ਨੇਚਰ ਹੈ, ਨੇਚਰ ਦੇ ਉੱਪਰ ਫਿਰ ਸੂਰਜ ਹੈ, ਸੂਰਜ ਦੇ ਉੱਪਰ ਕਾਸਮਿਕ ਊਰਜਾ ਹੈ। ਕਿੰਨੀਆਂ ਵੱਡੀਆਂ ਸਾਡੇ ਉੱਪਰ ਛਤਰ ਨੇ, ਉਹ ਸਾਡੀ ਵੀਨੈਸ ਹੈ। ਉਹ ਸਾਰੀ ਜਿਵੇਂ ਉੱਪਰ ਜਾਂਦੇ ਉਹ ਵੀਨੈਸ ਉਨੀ ਪਾਵਰਫੁਲ ਵੀ ਹੈ। ਕਾਸਮਿਕ ਊਰਜਾ ਜਿਹਨੂੰ ਪਰਮਾਤਮਾ ਕਹਿੰਦੇ ਸੀ, ਉਹ ਸਭ ਤੋਂ ਵੱਡਾ ਪਾਵਰਫੁਲ ਹੈ, ਸਭ ਕੁਝ ਦੇਖਦਾ। ਉਹ ਜੇ ਤੁਸੀਂ ਸਿੰਸੀਅਰ ਹੋ ਤਾਂ ਸਭ ਤੁਹਾਡੇ ਨਾਲ ਖੜਾ ਹੁੰਦਾ, ਪਿੱਛੇ ਤੁਹਾਡੇ ਬਣ ਕੇ ਢਾਲ ਬਣ ਕੇ ਖੜ ਜਾਂਦਾ। ਇੱਕੋ ਹੀ ਗੱਲ ਹੁੰਦੀ ਕਿ ਤੁਸੀਂ ਉਹ ਹੋਣੇ ਚਾਹੀਦੇ ਹੋ, ਬੱਚੇ ਵਾਂਗੂ ਸਿੰਸੀਅਰ ਹੋ, ਤੁਹਾਡੇ ਅੰਦਰ ਕੋਈ ਉਹ ਨਾ ਹੋਵੇ, ਦੁਵਿਧਾ ਨਾ ਹੋਵੇ, ਦੋਹਰੀ ਪਰਸਨੈਲਿਟੀ ਨਾ ਹੋਵੇ। ਤਾਂ ਉਹ ਜਦੋਂ ਕੋਈ ਵੀ ਸੱਚਾ ਸੁੱਚਾ ਇਨਸਾਨ ਇੱਕ ਜਦੋਂ ਕਹਿੰਦੇ ਕਿ ਜਿਹਦੇ ਨਾਲ ਕੋਈ ਨਹੀਂ ਹੁੰਦਾ ਉਹਦੇ ਨਾਲ ਪਰਮਾਤਮਾ ਖੜ ਜਾਂਦਾ, ਆਪਣੇ ਮੁਹਾਵਰਾ ਵੀ ਬਣਿਆ ਹੋਇਆ, ਤਾਂ ਉਹ ਟਰੂ ਵੀ ਹੈ। ਤੁਸੀਂ ਪਾਓਗੇ ਕਿ ਇਹ ਸੱਚ ਵੀ ਹੁੰਦਾ। ਉਹ ਜਿਹੜੀ ਵੀਨੈਸ ਹੈ ਉਹ ਸਮਾਜ ਦੇ ਵਿੱਚ ਜਾਂ ਸਾਡੀ ਚੇਤਨਾ 'ਚ ਫਿਕਸ ਹੋਣੀ ਚਾਹੀਦੀ ਹੈ। ਦੂਜਾ ਹੈ ਕਿ ਜਿਹੜੇ ਨਾ ਜੇ ਮੰਨ ਲਓ ਕੋਈ ਵਿਕਰਤੀ ਆਉਂਦੀ ਵੀ ਹੈ ਥੋੜ੍ਹੀ ਬਹੁਤੀ, ਤਾਂ ਉਹਦੀ ਵੀ ਜੜ ਫੜੀ ਜਾਵੇ ਕਿ ਮਾਈਂਡ ਦੀ ਫੰਕਸ਼ਨਿੰਗ ਹੁੰਦੀ ਕਿੱਦਾਂ, ਮਾਈਂਡ ਵਰਕ ਕਿੱਦਾਂ ਕਰਦਾ ਹੈ। ਅਤੇ ਥਰੂ ਵਾਈਬ੍ਰੇਸ਼ਨਲ ਮੈਡੀਸਨ ਮਾਈਂਡ ਦੀ ਜਿਹੜੀ ਵਾਈਬ੍ਰੇਸ਼ਨ ਹੈ, ਜਿਹੜੀ ਕਿ ਡਿਸਟਾਰਟ ਹੋ ਗਈ, ਜਿਹੜੀ ਕਿ ਘੱਟ ਵੱਧ ਹੋ ਗਈ, ਜਿਹੜੀ ਬਹੁਤ ਸੁਸਤ ਹੋ ਗਈ ਜਾਂ ਬਹੁਤ ਹਾਈਪਰ ਹੋ ਗਈ, ਉਹਨੂੰ ਅਸੀਂ ਕਿਵੇਂ ਬੈਲੈਂਸ ਕਰਕੇ, ਸੰਤੁਲਿਤ ਕਰਕੇ ਉਸੇ ਨੂੰ ਅਸੀਂ ਤਾਕਤ ਬਣਾ ਸਕਦੇ ਹਾਂ। ਜੇ ਉਹ ਜਿਹੜੀ ਊਰਜਾ ਅੱਜ ਸਾਡੀ ਬਿਮਾਰੀ ਬਣ ਰਹੀ ਹੈ, ਉਹੀ ਊਰਜਾ ਸਾਡੀ ਤਾਕਤ ਬਣ ਸਕਦੀ ਹੈ, ਪ੍ਰੋਵਾਈਡਡ ਜਿੱਦਾਂ ਇਹ ਉੱਦਾਂ ਹੀ ਹੈ। ਜੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣਾ ਧੂਤੂ ਵਜਾਉਣਾ ਸ਼ੁਰੂ ਕਰ ਦੇਣ ਅਤੇ ਸ਼ੋਰ ਹੋ ਜਾਏਗਾ, ਉਹਦੇ ਆਪਸ 'ਚ ਕੋਈ ਰਿਦਮ ਨਾ ਹੋਵੇ, ਉਹਦੇ ਆਪਸ 'ਚ ਕੋਈ ਤਾਲਮੇਲ ਨਾ ਹੋਵੇ, ਅਤੇ ਜੇ ਉਹੀ ਇਕੱਠੇ ਹੋ ਜਾਣ ਤਾਂ ਆਰਕੈਸਟਰਾ ਬਣ ਜਾਂਦਾ, ਅਤੇ ਫਿਰ ਉਹ ਬਹੁਤ ਸੋਹਣਾ ਮਿਊਜ਼ਿਕ ਨਿਕਲਦਾ ਉਹਦੇ 'ਚੋਂ। ਸੋ ਇਹ ਕੰਮ ਕੌਣ ਕਰਦਾ? ਇਹ ਵਾਈਬ੍ਰੇਸ਼ਨਲ ਮੈਡੀਸਨ ਕਰਦੀ ਹੈ। ਵਾਈਬ੍ਰੇਸ਼ਨ ਮੈਡੀਸਨ ਜਿਹੜੀ ਹੈ ਉਹਦੇ ਉੱਪਰ ਬਹੁਤ ਘੱਟ ਕੰਮ ਹੋਇਆ ਹੁਣ ਤੱਕ, ਲੇਕਿਨ ਸ਼ੁਰੂ ਹੋ ਚੁੱਕਿਆ ਕੰਮ, ਦੁਨੀਆ 'ਚ ਕੰਮ ਕਰ ਰਹੇ ਲੋਕ। ਬਹੁਤ ਥੋੜ੍ਹੇ ਜਿਹੇ ਲੋਕ ਨੇ ਜਿਹੜੇ ਅਜੇ ਤੱਕ ਇਹਦੇ ਤੋਂ ਅਵੇਅਰ ਨੇ ਅਤੇ ਇਹਦੀ ਗੱਲ ਸੁਣ ਰਹੇ ਆ, ਲੇਕਿਨ ਅੱਜ ਜਿਹੜੀ ਹੈ ਚੇਤਨਾ ਲਗਾਤਾਰ ਵੱਧ ਰਹੀ ਹੈ। ਅਤੇ ਮੈਂ ਸਮਝਦਾ ਕਿ ਜਿਵੇਂ ਜੜ੍ਹਾਂ 'ਤੇ ਕੰਮ ਕਰਨ ਵਾਲੇ ਬੰਦਿਆਂ ਦੀ ਗਿਣਤੀ ਵੱਧ ਰਹੀ ਹੈ, ਅਤੇ ਵਾਈਬ੍ਰੇਸ਼ਨ ਮੈਡੀਸਨ ਦਾ ਜਿਹੜਾ ਵਰਤਾਰਾ ਇਹ ਵੀ ਕਿਤੇ ਨਾ ਕਿਤੇ ਵਧੇਗਾ। ਔਰ ਵਾਈਬ੍ਰੇਸ਼ਨ ਮੈਡੀਸਨ ਦੇ ਨਾਲ ਆਪਾਂ ਜਿਹੜਾ ਇਹ ਮਾਨਸਿਕ ਰੋਗਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਹੱਥ ਪਾ ਸਕਾਂਗੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ, ਮੈਨੂੰ ਲੱਗਦਾ ਪਬਲਿਕ ਦੇ ਅੱਗੇ ਪਿਕਚਰ ਚੱਲ ਗਈ ਹੋਣੀ ਵੀ ਬੋਡੀ ਦੇ ਅੰਦਰ ਕਿੱਥੇ ਕੀ ਗੜਬੜਾਂ ਹੁੰਦੀਆਂ ਜਿਹਦੇ ਕਰਕੇ ਆਪਾਂ ਬਿਮਾਰ ਹੋ ਜਾਂਦੇ ਹਾਂ। ਮਾਨਸਿਕ ਹਾਲਤ ਆਪਣੀ ਜਿਹੜੀ ਇਸ ਹੱਦ ਤੱਕ ਖਰਾਬ ਹੋ ਜਾਂਦੀ ਹੈ ਕਿ ਆਪਾਂ ਆਪਣੀ ਜਾਨ ਆਪ ਲੈ ਲੈਂਦੇ ਹਾਂ। ਇਸ ਵਾਅਦੇ ਨਾਲ ਕਿ ਅਗਲੀ ਵਾਰੀ ਆਪਾਂ ਪਬਲਿਕ ਤੱਕ ਜਿਹੜੀ ਉਹ
ਕੁਆਂਟਮ ਹੀਲਿੰਗ ਦਾ ਇਹੀ ਪ੍ਰੋਸੈਸ ਵਾਈਬ੍ਰੇਸ਼ਨ ਐਜ਼ ਮੈਡੀਸਨ ਦੇ ਨਾਲ ਕਿਸ ਤਰ੍ਹਾਂ ਰੋਗ ਠੀਕ ਕੀਤੇ ਜਾਂਦੇ ਨੇ ਉਹਦੀ ਜਾਣਕਾਰੀ ਦਿਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਸਰ ਡਾਕਟਰ ਅਮਰ ਸਿੰਘ ਆਜ਼ਾਦ, ਵਾਈਬ੍ਰੇਸ਼ਨ ਐਜ਼ ਅ ਮੈਡੀਸਨ, ਇਸ ਤੋਂ ਪਹਿਲਾਂ ਕਿ ਉਸ ਦੀ ਹੀਲਿੰਗ ਦਾ ਪ੍ਰੋਸੈਸ ਆਪਾਂ ਅੱਗੇ ਵਧੀਏ ਉਸ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਜਿਹੜਾ ਮਾਨਸਿਕ ਸਿਹਤ ਕਿਹੜੇ ਹਾਲਾਤਾਂ 'ਚੋਂ ਲੰਘ ਕੇ ਉਸ ਹਾਲਾਤ ਤੱਕ ਪਹੁੰਚ ਜਾਂਦੀ ਹੈ ਜਦੋਂ ਇਨਸਾਨ ਆਪਣੀ ਜਾਨ ਆਪ ਲੈ ਲੈਂਦਾ। ਕਿਹੜੇ ਹਾਲਾਤਾਂ 'ਚੋਂ ਲੰਘਦਾ ਇਨਸਾਨ ਜਿਹਦੇ ਨਾਲ ਉਸ ਨੂੰ ਮਾਨਸਿਕ ਰੋਗੀ ਕਹਿ ਦਿੱਤਾ ਜਾਂਦਾ। ਕਿੱਦਾਂ ਉਹ ਆਪਣੇ ਹਾਲਾਤ ਆਪ ਵਿਗਾੜ ਬੈਠਦਾ ਹੈ, ਕਿਹੜੇ ਉਹ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਾਰਨ ਜਿਹੜਾ ਉਹ ਹੈਂਡਲ ਨਹੀਂ ਕਰ ਪਾਉਂਦਾ ਆਪਣੀਆਂ ਮੁਸੀਬਤਾਂ ਨੂੰ ਤੇ ਉਹ ਇੱਕ ਮਾਨਸਿਕ ਰੋਗੀ ਹੋ ਕੇ ਰਹਿ ਜਾਂਦਾ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਅੱਜ ਮਾਨਸਿਕ ਰੋਗੀਆਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਰਹੀ ਹੈ। ਸਰੀਰਕ ਰੋਗ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਮਾਨਸਿਕ ਰੋਗ ਹੁੰਦੇ ਨੇ। ਜ਼ਿਆਦਾਤਰ ਲੋਕ ਉੱਪਰੋਂ ਤੰਦਰੁਸਤ ਨਜ਼ਰ ਆ ਰਹੇ ਹੁੰਦੇ ਲੇਕਿਨ ਉਹਨਾਂ ਦੀ ਮਾਨਸਿਕ ਸਿਹਤ ਬਹੁਤ ਖਰਾਬ ਹੁੰਦੀ ਹੈ ਤੇ ਜ਼ਿਆਦਾਤਰ ਰੋਗੀ ਜਿਹੜੇ ਨੇ ਉਹਨਾਂ ਦੇ ਪਿੱਛੇ ਵੀ ਜਿਹੜਾ ਉਹ ਮਾਨਸਿਕ ਹੈਲਥ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ। ਤੇ ਜੇਕਰ ਅਜਿਹੇ ਰੋਗੀਆਂ ਨੂੰ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਤੇ ਉਹਨਾਂ ਨੂੰ ਅਸਲ ਕਾਰਨ ਲੱਭਦਾ ਤੇ ਉਹ ਇਸ ਕਾਰਨ ਦੇ ਉੱਤੇ ਕੰਮ ਕਰਕੇ ਅੱਗੇ ਵੱਧਦੇ ਨੇ, ਆਪਣਾ ਇਲਾਜ ਕਰਾਉਂਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।